गुरु नानक पग पंकज बंदन पग पंकज बंदन सिमरो अंगद दुख निकंदन अमरदास गुर हृदय त्याओ गुर हृदय त्याओ श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत परकाशक श्री हर राय नमो कर जोरी नमो कर जोरी गुरु हर कृष्ण मनाओ बहोरी श्री तेग बहादुर परम कृपाला वाहिगुरु परम कृपाला श्री गुरु गोबिंद सिंह विसाल तरौं तरा पर पुन पुन सीसा वाहिगुरु पुन पुन सीसा बंदों बार बार जगदीशा जा मह अमृत ज्ञान है माणिक भगत बैराग श्री गुरु ग्रंथ साहिब उदत बंधों कर अनुराग एक अंकारा सतगुरु तेह प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच्छ हमारी बरन सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जी निशानी संद बिन अज मत जान है कुत क्या होए अगारी ज्ञान बिलोचन और नहीं अंधे दुख पारी बिन अज मत जानो कुत क्या होए अगारी। वाहिगुरु जी का खालसा वाहिगुरु जी की फतेह। परम सन्मान योग सर्व सुख दाता कल्याण स्वरूप जुग जुग अटल शब्द गुरु गुरु ग्रंथ साहिब महाराज जी दी मुबारक मुकद्दस गोद अंदर संगति रूप विच जुड़ के हजूर दी अमृतमई बाणी दा कीर्तन आप जी गुरु दे सत्कारयोग कीर्तनियां दी रसना तो श्रवण कर रहे सी। आओ कुछ समा उस परमेश्वर परतख हर गुरु अर्जन देव महाराज जी दी सिफतो सलाह बयान कर सकीए। आप जी आसीस बख्शो शरदा और भावना वाली सरोत दी गुरु चरना अंदर अरदास करिए। आप सतगुरु विच वरत के अंदर दा टिका बख्शिश करन। आओ रसना पवित्र करदियां एक बारी सारे प्यार नाल उच्चारण करो ते आखो जी सतनाम श्री वाहिगुरु साहिब जियो।
ਬਿਨ ਅਜਮਤ ਜਾਣਹਿ ਕੁਤੁ ਕਿਆ ਹੋਏ ਅਗਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਗਾਤਾਰ ਨਿਰੰਤਰ ਵਿਰੋਧਤਾ ਕਰਦਿਆਂ ਬਾਬਾ ਪਿਰਥੀ ਚੰਦ ਔਰ ਸੁਲਹੀ ਖਾਂ ਕਈ ਤਰ੍ਹਾਂ ਦੇ ਮਨਸੂਬੇ ਬਣਾ ਰਹੇ ਨੇ। ਹਵਾਈ ਕਿਲੇ ਉਸਾਰਦਿਆਂ ਹਰਮੰਦਰ ਦੀ ਨਕਲ ਕਰਦਿਆਂ ਪਿੰਡ ਹੇਰਾਂ ਵਿੱਚ ਇੱਕ ਮੰਦਰ ਤਿਆਰ ਕੀਤਾ ਹੈ, ਜਿਸ ਦੇ ਸਾਹਮਣੇ ਬੜਾ ਵੱਡਾ ਤਲਾਬ ਬਣਾਇਆ ਹੈ। ਬਰਾਬਰਤਾ ਕੀਤੀ ਹਰਮੰਦਰ ਸਾਹਿਬ ਦੀ। ਅੰਦਰ ਗੱਦੀ ਲਾ ਕੇ ਬੈਠਾ ਹੈ ਬਾਬਾ ਪਿਰਥੀਆ ਚੰਦ। ਸੁਲਹੀ ਖਾਨ ਦੇ ਨਾਲ ਵਿਚਾਰਾਂ ਕਰਦਾ, ਹੁਣ ਸਿੱਖ ਸੰਗਤਾਂ ਆਉਣਗੀਆਂ, ਭੇਟਾਵਾਂ ਮੇਰੇ ਚਰਨਾਂ ਵਿੱਚ ਅਰਪਣ ਕਰਨਗੀਆਂ, ਦੇਖਾਂਗਾ ਗੁਰੂ ਅਰਜਨ ਸਾਹਿਬ ਕਿਵੇਂ ਪ੍ਰਬੰਧ ਚਲਾਉਂਦੇ ਨੇ, ਕਿਵੇਂ ਗੁਰਤਾ ਗੱਦੀ ਨੂੰ ਜੱਗ ਵਿੱਚ ਪ੍ਰਗਟ ਕਰਦੇ ਨੇ। ਭਾਈ ਸੰਤੋਖ ਸਿੰਘ ਕਹਿੰਦੇ ਅਸਲ ਦੇ ਵਿੱਚ ਬੜੀ ਵੱਡੀ ਮੂਰਖਤਾ ਸੀ। ਅੰਦਰ ਗਿਆਨ ਨਹੀਂ ਨਾ ਨੇਤਰ ਨਹੀਂ ਗਿਆਨ ਵਾਲੇ, ਜਾਣਦਾ ਨਹੀਂ ਆਉਣ ਵਾਲੇ ਭਵਿੱਖ ਦੇ ਦਿਨ ਕਿਵੇਂ ਦੇ ਆਉਣ ਵਾਲੇ ਹਨ। ਗਿਆਨ ਬਲੋਚਣ ਉਰ ਨਹੀਂ ਅੰਧੇ ਦੁਖ ਭਾਰੀ। ਅੰਨਾ ਹੈ ਅੱਖਾਂ ਕੋਈ ਨਹੀਂ ਗਿਆਨ ਵਾਲੀਆਂ, ਵੀ ਅਗੇਰਲੇ ਆਉਣ ਵਾਲੇ ਸਮੇਂ ਦੇ ਬਾਰੇ ਕੁਝ ਸੋਚ ਸਕੇ, ਵਿਚਾਰ ਸਕੇ। ਇਸ ਕਰਕੇ ਬੜੀ ਵੱਡੀ ਮੂਰਖਤਾ ਹੈ ਜੋ ਇਹ ਵਿਚਾਰ ਬਣਾਈ ਬੈਠਾ ਹੈ। ਕੋਏ ਕੋਏ ਸਿੱਖ ਤਿਸੀ ਕੋ ਚਲ ਕਰ ਤਹਿ ਆਵੇ। ਜੇ ਕੋਈ ਭੁੱਲਿਆ ਭਟਕਿਆ ਸਿੱਖ ਕੋਈ ਵਿਰਲਾ ਵਾਂਝਾ ਇੱਕ ਅੱਧਾ ਭੁੱਲ ਕੇ ਇਹਦੇ ਕੋਲ ਪਿੰਡ ਹੇਰਾਂ ਚਲਿਆ ਜਾਂਦਾ ਹੈ। ਕਰ ਸਨਮਾਨ ਬਖਾਨ ਤੋ ਜੋ ਨਰ ਸਰ ਨਾਵੇ। ਬੜਾ ਸਨਮਾਨ ਦਿੰਦਾ ਹੈ ਉਹਨੂੰ, ਗਏ ਹੋਏ ਸਿੱਖ ਨੂੰ, ਤੇ ਪ੍ਰੇਰਣਾ ਕਰਦਾ ਹੈ ਵੀ ਇਹ ਵੀ ਸਰੋਵਰ ਹਰਮੰਦਰ ਦਾ ਹੀ ਸਰੋਵਰ ਹੈ। ਜਿਵੇਂ ਦਾ ਗੁਰੂ ਰਾਮਦਾਸ ਜੀ ਨੇ ਬਣਵਾਇਆ ਸੀ, ਉਹਨਾਂ ਦੀ ਕਿਰਪਾ ਨਾਲ ਮੈਂ ਵੀ ਇਹ ਸਰੋਵਰ ਬਣਵਾ ਦਿੱਤਾ ਹੈ। ਮਨ ਬਾਸ਼ਤ ਫਲ ਪਾਏ ਹੈ ਸਭ ਪਾਪ ਉਤਾਰੇ। ਔਰ ਆਪਣੀ ਜ਼ਬਾਨ ਤੋਂ ਆਪਣੀ ਵਡਿਆਈ ਆਪ ਹੀ ਕਰੀ ਜਾਂਦਾ ਹੈ। ਸਿੱਖਾਂ ਨੂੰ ਕਹਿੰਦਾ ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਜਨਮਾਂ ਜਨਮਾਂਤਰਾਂ ਦੇ ਉਹਦੇ ਪਾਪ ਕੱਟੇ ਜਾਣਗੇ। ਇਸ ਤਰ੍ਹਾਂ ਹੁੰਦਾ ਹੈ, ਦੇਖਣ ਵਿੱਚ ਅੱਜ ਵੀ ਆਉਂਦਾ ਹੈ। ਆਪੋ ਆਪਣੇ ਧੜੇ ਬਣਾ ਕੇ ਈਰਖਾ ਵਸ ਹੋ ਕੇ ਕਰਨੀ ਕਮਾਈ ਵਾਲਿਆਂ ਦੀ ਬਰਾਬਰਤਾ ਕਰਨ ਵਾਸਤੇ ਬਿਲਡਿੰਗਾਂ ਬਣ ਜਾਂਦੀਆਂ ਨੇ, ਪਰ ਉੱਥੇ ਗੁਰੂ ਘਰ ਦੀ ਰਹੁ ਰੀਤ ਮਰਿਆਦਾ ਪ੍ਰਚਲਿਤ ਨਹੀਂ ਹੁੰਦੀ। ਗੁਰੂ ਕਲਗੀਧਰ ਪਾਤਸ਼ਾਹ ਆਪ ਬਿਆਨ ਕਰ ਗਏ ਨੇ। ਮਹਾਰਾਜ ਕਹਿਣ ਲੱਗੇ ਐਸੇ ਜਿਹੜੇ ਧਰਮ ਦੇ ਠੇਕੇਦਾਰ ਨੇ ਉਹ ਕਿਵੇਂ ਭੋਲੇ ਸਿੱਖਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਨੇ। ਸਤਿਗੁਰੂ ਕਹਿੰਦੇ ਲੋਕ ਕੀ ਕਰਦੇ ਨੇ, ਜੋ ਧਨਵਾਨ ਲਖੈ ਨਿਜ ਸੇਵਕ। ਜਦੋਂ ਗੁਰੂ ਘਰ ਦੀ ਬਰਾਬਰੀ ਕਰਨ ਵਾਸਤੇ ਜਦੋਂ ਕੋਈ ਪੈਸੇ ਵਾਲਾ ਇਹਨਾਂ ਦੇ ਕੋਲ ਜਾਂਦਾ ਹੈ, ਦੇਖ ਲੈਂਦੇ ਨੇ, ਦੂਰੋਂ ਚਿਹਰਾ ਪੜ੍ਹ ਲੈਂਦੇ ਨੇ, ਪਰੇਸ਼ਾਨ ਲੱਗਦਾ ਹੈ, ਪੈਸਾ ਤਾਂ ਚੰਗਾ ਇਹਦੇ ਕੋਲ, ਤਾਂ ਹੀ ਪਰੋਸ ਪ੍ਰਸਾਦ ਜਮਾਵੇ। ਗਰੀਬ ਵਾਸਤੇ ਉਹ ਸਾਹਮਣੇ ਲੰਗਰ ਹੈ, ਜੋ ਦਾਲ ਫੁਲਕਾ ਚੱਲਦਾ ਹੈ ਛਕ ਲੈ, ਤੇ ਜਿਹੜਾ ਪੈਸੇ ਵਾਲਾ ਜਾਂਦਾ ਹੈ ਮੋਟੀ ਸਾਮੀ ਵਾਲਾ, ਤਾਂ ਹੀ ਪਰੋਸ ਪ੍ਰਸਾਦ ਜਮਾਵੇ। ਉਹਨੂੰ ਕਹਿੰਦੇ ਨੇ ਤੂੰ ਕਮਰੇ 'ਚ ਹੀ ਆ ਜਾ, ਜਿੱਥੇ ਅਸੀਂ ਰਸੋਈ ਸਾਡੀ ਵੱਖਰੀ ਚੱਲਦੀ ਉੱਥੇ ਤੈਨੂੰ ਛਕਾਵਾਂਗੇ ਤੜਕਾ ਲਾ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਤੁਸੀਂ ਆਮ ਦੇਖ ਸਕਦੇ ਹੋ, ਚੱਲਦਾ ਹੈ ਅੱਜ ਵੀ ਚੱਲਦਾ ਹੈ। ਜੋ ਧਨਵਾਨ ਲਖੇ ਨਿਜ ਸੇਵਕ ਤਾਂ ਹੀ ਪਰੋਸ ਪ੍ਰਸਾਦ ਜਮਾਵੇ। ਮਹਾਰਾਜ ਕਹਿੰਦੇ ਕਾਹੇ ਕੋ ਡਿੰਬ ਕਰੇ ਮਨ ਮੂਰਖ ਡਿੰਬ ਕਰੇ ਆਪਣੀ ਪਤ ਖੁਆਏ ਹੈ। ਕਿਉਂ ਮੂਰਖਤਾ ਵਾਲੇ ਕੰਮ ਕਰਦਾ ਹੈ? ਜਿਹੜਾ ਸਿਧਾਂਤ ਗੁਰੂ ਅਮਰਦਾਸ ਮਹਾਰਾਜ ਨੇ ਬੰਨਿਆ, ਅਕਬਰ ਵੀ ਆ ਕੇ ਟਾਟ ਤੇ ਬੈਠ ਕੇ ਰੋਟੀ ਖਾ ਰਿਹਾ ਹੈ, ਪ੍ਰਸ਼ਾਦਾ ਛਕ ਰਿਹਾ ਹੈ, ਤੂੰ ਆਪਣੀ ਵੱਖਰੀ ਰਸੋਈ ਤਪਾਈ ਬੈਠਾ ਹੈ, ਵੱਖਰੇ ਲੰਗਰ ਚਲਾਈ ਬੈਠਾ ਹੈ। ਇੱਕੇ ਹੀ ਗੁਰੂ ਘਰ ਵਿੱਚ 2-2 3-3 ਲੰਗਰ ਲਾਈ ਬੈਠਾ ਹੈ। ਉੱਚਤਾ ਨੀਚਤਾ ਦਾ ਭਾਵ ਅਜੇ ਵੀ ਕਾਇਮ ਰੱਖਿਆ ਹੋਇਆ ਹੈ। ਇਹ ਆਮ ਸੰਗਤ ਵਾਸਤੇ ਹੈ, ਇਹ ਉਹਨਾਂ ਵਾਸਤੇ ਜਿਹੜੇ ਆਪ ਬੁਲਾਏ ਨੇ, ਇਹ ਉਹਨਾਂ ਵਾਸਤੇ ਜਿਹੜੇ ਬੁਲਾਰੇ ਬੁਲਾਏ ਨੇ। ਇੱਕ ਹੀ ਗੁਰੂ ਘਰ ਵਿੱਚ ਵੱਖੋ ਵੱਖਰੇ ਪਕਵਾਨ ਬਣਾ ਕੇ ਗੁਰੂ ਘਰ ਦੀ ਮਰਿਆਦਾ ਦਾ ਖੰਡਨ ਕਰਨਾ। ਪਾਤਸ਼ਾਹ ਕਹਿੰਦੇ ਕਾਹੇ ਕੋ ਡਿੰਬ ਕਰੇ ਮਨ ਮੂਰਖ, ਕਿਉਂ ਮੂਰਖਤਾ ਵਾਲੇ ਲੱਛਣ ਕਰਦੇ ਪਏ ਹੋ। ਇਸੇ ਤਰ੍ਹਾਂ ਬਾਬਾ ਪਿਰਥੀਆ ਵੀ ਉਦੋਂ ਗੁਰੂ ਘਰ ਨੂੰ ਟੱਕਰ ਦੇ ਰਿਹਾ ਹੈ, ਪਰ ਈਰਖਾ ਵਸ ਹੋ ਕੇ ਕਰਦਾ ਕੀ ਹੈ, ਜਦੋਂ ਕੋਈ ਸਿੱਖ ਆ ਜਾਂਦਾ ਭੁੱਲਾ ਪਟਕਿਆ, ਉਹਨੂੰ ਕਹਿੰਦਾ ਇਸ ਸਰੋਵਰ ਵਿੱਚ ਇਸ਼ਨਾਨ ਕਰ, ਤੇਰੇ ਪਾਪ ਦੂਰ ਹੋਣਗੇ।
ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦਿਆਂਗਾ, ਬੜਾ ਸਨਮਾਨ ਦੇ ਕੇ ਭਰਮਾਉਣ ਦਾ ਯਤਨ ਕਰਦਾ ਹੈ। ਇਤਿਆਦਿਕ ਮਹਿਮਾ ਮਹਾਨ ਨਰ ਮਿਲਹਿ ਉਚਾਰੇ। ਇਤਿਆਦਿਕ ਭਾਈ ਸਾਹਿਬ ਕਹਿੰਦੇ ਜੇ ਕੋਈ ਮਨੁੱਖ ਮਿਲ ਜਾਂਦਾ ਹੈ ਤੇ ਆਪਣੀ ਸਰੋਵਰ ਦੀ ਮਹਿਮਾ ਆਪ ਹੀ ਉਹਦੇ ਅੱਗੇ ਬਿਆਨ ਕਰਨ ਲੱਗ ਜਾਂਦਾ ਹੈ। ਯਤਨ ਕਰਤ ਬਹੁ ਭਾਂਤ ਕੇ ਹਾਰਿਓ ਦੁਖ ਪਾਏ। ਬੜੇ ਯਤਨ ਕੀਤੇ ਉਸ ਕਰਤੇ ਪੁਰਖ ਦੇ ਦਰ ਦੀ ਬਰਾਬਰਤਾ ਕਰ ਲਵਾਂ, ਯਤਨ ਬੜੇ ਕੀਤੇ ਪਰ ਹਾਰ ਪ੍ਰਾਪਤ ਹੋਈ ਤੇ ਹਾਰ ਮਨੁੱਖ ਨੂੰ ਚੰਗੀ ਨਹੀਂ ਲੱਗਦੀ, ਬੜਾ ਦੁਖਦਾਈ ਹੋ ਰਿਹਾ ਹੈ। ਮੇਲਾ ਲਗਿਓ ਨਾ ਤਾਲ ਕੋ ਨਹਿ ਭੇ ਸਮਦਾਏ। ਸੋਚਦਾ ਸੀ ਕੋਈ ਦੀਵਾਲੀ ਆਏਗੀ, ਵਿਸਾਖੀ ਆਏਗੀ, ਬੜਾ ਭਾਰੀ ਇਕੱਠ ਹੋ ਗਿਆ, ਚੜਾਵਾ ਚੜੇਗਾ, ਜਿਹੜਾ ਖਰਚ ਕੀਤਾ ਵਾਪਸ ਆ ਜਾਏਗਾ, ਸੰਗਤਾਂ ਦੇ ਜਥੇ ਬਣ ਗਾਉਣਗੇ, ਪਰ ਕੋਈ ਐਸਾ ਦੇਖਣ ਵਿੱਚ ਆ ਨਹੀਂ ਰਿਹਾ ਜਿਹਨੂੰ ਸੋਚ ਕੇ ਦੁਖੀ ਹੋਇਆ ਹੈ। ਸੁਦਾ ਸਰੋਵਰ ਸੰਗਤਾਂ ਨਿਤ ਪ੍ਰਤ ਬਹਵਾਵੇਂ। ਹਾਂ, ਜਦੋਂ ਪਤਾ ਲੱਗਦਾ ਹੈ ਸਿੱਖ ਸੰਗਤਾਂ ਕਦੇ ਕਦੇ ਆਉਂਦਿਆਂ ਅੰਮ੍ਰਿਤਸਰ ਤੋਂ ਵਾਪਸ ਜਾਂਦੇ ਆ, ਇਹਦੇ ਡੇਰੇ ਵਿੱਚੋਂ ਵੀ ਲੰਘ ਜਾਂਦੀਆਂ ਨੇ, ਉਹ ਫਿਰ ਦੱਸਦੀਆਂ ਨੇ ਵੀ ਹਰਿਮੰਦਰ ਸਾਹਿਬ ਤੇ ਪੂਰੀਆਂ ਰੌਣਕਾਂ ਲੱਗੀਆਂ ਨੇ, ਬੜੀ ਭੀੜ ਹੈ ਉੱਥੇ, ਬਹੁਤ ਜ਼ਿਆਦਾ ਸੰਗਤਾਂ ਰੋਜ਼ ਆ ਕੇ ਇਸ਼ਨਾਨ ਕਰ ਰਹੀਆਂ ਹਨ। ਕਰਹਿ ਇਸ਼ਨਾਨ ਸੁਭਾਵਨੀ ਮਨ ਬਾਸ਼ਤ ਪਾਵੇਂ। ਉੱਥੇ ਤਾਂ ਜਿਹੜਾ ਵੀ ਭਾਵਨਾ ਦੇ ਨਾਲ ਆ ਕੇ ਇਸ਼ਨਾਨ ਕਰਦਾ ਹੈ, ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਖੰਡਨ ਕੀਤਾ ਜਾਂਦਾ ਹੈ। ਨਹੀਂ, ਇਹ ਗੁਰੂ ਰਾਮਦਾਸ ਦਾ ਦਰ ਹੈ ਤੇ ਹਰ ਵਕਤ ਉੱਥੇ ਸ਼ਬਦ ਦੀ ਕੀਰਤੀ ਹੋ ਰਹੀ ਹੈ। ਉਸ ਅਕਾਲ ਪੁਰਖ ਤੋਂ ਛੁੱਟ ਉਸੇ ਕਿਸੇ ਦਾ ਨਾਮ ਨਹੀਂ ਲਿਆ ਜਾਂਦਾ। ਜਿੱਥੇ ਹਰ ਵਕਤ ਰੂਹਾਨੀ ਮੰਡਲ ਬਣਿਆ, ਉੱਥੇ ਹਰ ਇੱਕ ਚੀਜ਼ ਵਿੱਚ ਬਰਕਤ ਟਿਕੀ ਹੈ। ਸ਼ੁਭ ਦਿਨ ਮੇਲਾ ਨਾਰਨ ਕੋ ਮਿਲ ਜਾਏ ਹਜ਼ਾਰੋਂ। ਜਿੱਦਣ ਕਿਤੇ ਵਿਸਾਖੀ ਦਾ ਮੇਲਾ ਆ ਜਾਂਦਾ ਹੈ, ਦੀਵਾਲੀ ਆਉਂਦੀ ਹੈ, ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਹਰਿਮੰਦਰ ਵਿੱਚ ਦਾਖਲ ਹੁੰਦੀਆਂ ਨੇ, ਦਰਸ਼ਨ ਕਰਦੀਆਂ ਨੇ, ਬੜਾ ਭਾਰੀ ਇਕੱਠ ਹੁੰਦਾ ਹੈ, ਮੇਲਾ ਲੱਗ ਜਾਂਦਾ ਹੈ। ਚਾਰੋਂ ਦਿਸ਼ ਤੇ ਆਵਤੇ ਬਹੁ ਦੇ ਉਪਹਾਰੋ। ਸੰਗਤਾਂ ਦੱਸਦੀਆਂ ਨੇ ਪਿਰਥੀ ਚੰਦ ਸੁਣ ਰਿਹਾ ਹੈ ਵੀ ਚਾਰੇ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰਦੀਆਂ ਹਨ। ਜਲ ਹਿਰਦੈ ਮੈਂ ਜਰਹਿ ਨਹਿ ਸੁਣ ਚਿੰਤ ਰਖੰਤ। ਅੰਦਰ ਸੜ ਜਾਂਦਾ ਜਦੋਂ ਇਹ ਗੱਲਾਂ ਸੁਣਦਾ ਹੈ, ਜਰਿਆ ਨਹੀਂ ਜਾਂਦਾ, ਰਾਤ ਦਿਨ ਚਿੰਤਾ ਦੇ ਵਿੱਚ ਡੁੱਬਾ ਹੈ। ਪਚ ਹਾਰਿਓ ਮਹਿਮਾ ਕਹਿਤ ਓੜਕ ਪਛਤੰਤ। ਬੜੀ ਮਹਿਮਾ ਕੀਤੀ, ਆਪਣੇ ਜ਼ੁਬਾਨ ਤੋਂ ਆਪਣੇ ਹੀ ਤਲਾਬ ਦੀ ਮੰਦਰ ਦੀ ਬੜੀ ਉਪਮਾ ਕਰਦਾ ਰਿਹਾ, ਪਰ ਅਖੀਰ ਸੰਗਤਾਂ ਨੂੰ ਪਤਾ ਲੱਗ ਗਿਆ ਝੂਠਾ ਹੈ। ਬਾਹਰੀ ਤੌਰ ਤੇ ਭੇਖ ਤੇ ਬਣਾਈ ਬੈਠਾ, ਅੰਦਰੋਂ ਹੀ ਸ਼ਬਦ ਦੀ ਕਲਾ ਕਿੱਥੋਂ ਲੈ ਕੇ ਆਵੇ। ਇਸ ਕਰਕੇ ਬੜਾ ਮਨ ਵਿੱਚ ਝੂਰਦਾ, ਹਾਰ ਮਨ ਬੈਠਾ ਹੈ। ਪ੍ਰਿਥਵੀਏ ਕੇ ਸਿੱਖ ਰੰਕ ਜੇ ਕਬ ਕਬ ਚਾਲਿਆ ਮੈਂ। ਭਾਈ ਸਾਹਿਬ ਕਹਿੰਦੇ ਜੇ ਕੋਈ ਇੱਕ ਅੱਧਾ ਗਰੀਬੜਾ ਸਿੱਖ ਭੁੱਖ ਦਾ ਸਤਾਇਆ ਪ੍ਰਸ਼ਾਦਾ ਛਕਣ ਜੇ ਕਿਧਰੇ ਪਿਰਥੀਏ ਦੇ ਡੇਰੇ ਚਲਾ ਜਾਂਦਾ ਹੈ, ਆਏ ਬਿਨਾ ਉਤਸ਼ਾਹ ਤੇ ਬਾਸ਼ਤ ਨਹਿ ਪਾਵੇਂ। ਜਲਦਾ ਜਾ ਕੇ ਇਸ਼ਨਾਨ ਤਾਂ ਕਰ ਲੈਂਦਾ, ਪਰ ਮਨ ਦੀਆਂ ਭਾਵਨਾਵਾਂ ਪੂਰਨ ਕਿੱਥੇ, ਉਹ ਸ਼ਾਂਤੀ, ਉਹ ਅੰਦਰ ਦੀ ਠੰਡ ਕਿੱਥੇ, ਜਿਹੜੀ ਦਰਸ਼ਨੀ ਡਿਉੜੀ ਵਿੱਚੋਂ ਲੰਘ ਕੇ ਹਰਮੰਦਰ ਦਾ ਦੀਦਾਰ ਕਰਦਿਆਂ ਹੀ ਪੈ ਜਾਂਦੀ ਸੀ। ਉਹ ਅੰਦਰ ਦਾ ਟਿਕਾ ਨਹੀਂ ਵੱਜਦਾ, ਕੋਈ ਆ ਤੇ ਜਾਂਦਾ ਹੈ ਭੁੱਲਾ ਪਟਕਿਆ, ਪਰ ਉਹ ਰਹਿਮਤ ਨਹੀਂ ਵਰਤਦੀ। ਸ਼੍ਰੀ ਅਰਜਨ ਕੀ ਸੰਗਤਾਂ ਅੰਮ੍ਰਿਤਸਰ ਜੈ ਹੈ। ਇਸ ਕਰਕੇ ਸਾਰੀਆਂ ਸਿੱਖ ਸੰਗਤਾਂ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਨੇ, ਉਹ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਨਮਸਕਾਰ ਕਰਦੀਆਂ ਹਨ। ਮਿਲਹਿ ਮੇਖ ਸੰਕਰਾਂਤ ਕੋ ਧਰ ਸਰਦਾ ਨਹਿ ਹੈ। ਬੜੀ ਸ਼ਰਧਾ ਦੇ ਨਾਲ ਜਦੋਂ ਮੱਸਿਆ ਆਉਂਦੀ ਹੈ, ਸੰਗਰਾਂਦ ਆਉਂਦੀ ਹੈ, ਜਥੇ ਜਾਂਦੇ ਨੇ ਇਲਾਕਿਆਂ ਦੇ ਵਿੱਚੋਂ ਇਕੱਠੇ ਹੋ ਕੇ ਜਾ ਕੇ ਇਸ਼ਨਾਨ ਕਰਕੇ ਆਨੰਦ ਮਾਣਦੇ ਹਨ। ਮਨ ਬਾਸ਼ਤ ਕੋ ਪਾਵਤੇ ਨਿਤ ਅਤ ਉਤਸ਼ਾਹੂ। ਬੜਾ ਉਤਸ਼ਾਹ ਬਣਦਾ ਹੈ ਜਦੋਂ ਮਨ ਮੰਗੀਆਂ ਮੁਰਾਦਾਂ ਪਾਉਂਦੇ ਨੇ। ਗ੍ਰਸਤੀ ਨੇ ਮੰਗਣ ਦਾ ਹੱਕ ਬਣਦਾ ਹੈ, ਗੁਰੂ ਕੋਲੋਂ ਹੀ ਮੰਗਣਾ ਹੈ। ਖੁਦ ਭਗਤ ਧੰਨਾ ਜੀ ਕਹਿ ਰਹੇ ਨੇ, ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ। ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਮੰਗਣਾ ਵੀ ਤਾਂ ਤੇਰੇ ਕੋਲੋਂ ਹੀ ਹੈ, ਪਰ ਲੋਭ ਨਾ ਬਣ ਜੇ ਮੇਰੀ ਮੰਗ, ਕਿਧਰੇ ਲੋਭ ਨਾ ਬਣ ਜਾਏ। ਮੰਗਿਆ ਜ਼ਰੂਰ ਹੈ, ਮੰਗਣ ਦੀ ਜਾਚ ਦੱਸ ਦਿੱਤੀ ਭਗਤ ਜੀ ਨੇ। ਦਾਲ ਸੀਧਾ ਮੰਗੋ ਘੀਓ, ਥੋੜਾ ਥੋੜਾ ਮੰਗਿਆ ਸਭ ਕੁਝ। ਮੇਰੇ ਇੱਕ ਦਿਨ ਦਾ ਗੁਜ਼ਾਰਾ ਚੱਲਣਾ ਚਾਹੀਦਾ, ਕਿਉਂ ਭੁੱਖੇ ਭਗਤ ਨਾ ਕੀਜੇ।
ਸਰੀਰ ਦੇ ਨਾਲ ਭਗਤੀ ਹੋਣੀ, ਜੇ ਸਰੀਰ ਦੀ ਖੁਰਾਕ ਨਾ ਮਿਲੀ ਤੇ ਆਖਰ ਬੈਠਣਾ ਔਖਾ ਹੋ ਜਾਏਗਾ। ਸੋ ਇਸ ਕਰਕੇ ਸਿੱਖ ਸੰਗਤਾਂ ਆਉਂਦੀਆਂ ਨੇ, ਗੁਰੂ ਅਰਜਨ ਸਾਹਿਬ ਦੇ ਦੀਦਾਰ ਕਰਦੀਆਂ ਨੇ, ਆਪਣੇ ਮਨ ਦੀਆਂ ਮੰਗਾਂ ਨੂੰ ਆਪਣੇ ਗੁਰੂ ਅੱਗੇ ਰੱਖਦੀਆਂ ਨੇ। ਸਤਿਗੁਰੂ ਸਭ ਦੀਆਂ ਝੋਲੀਆਂ ਭਰਨ ਵਾਲੇ ਹਨ। ਦੁੰਦਬ ਅਲਪਨ ਫੀਰ ਗਨ ਬਾਜਤ ਧੁਨ ਤਾਹੂ। ਜਦੋਂ ਸਿੱਖਾਂ ਦੇ ਜਥੇ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਲੱਗਦੇ ਨੇ, ਦੁੰਦਬ ਕਹਿੰਦੇ ਨੇ ਛੋਟੀਆਂ ਛੋਟੀਆਂ ਢੋਲਕੀਆਂ, ਛੋਟੇ ਛੋਟੇ ਜਿਹੇ ਨਗਾਰੇ, ਇਸ ਤਰ੍ਹਾਂ ਦੇ ਸਾਜ਼ ਲੈ ਕੇ, ਨਾਲ ਨਫੀਰੀਆਂ, ਸ਼ਹਿਨਾਈ ਵਰਗਾ ਛੋਟਾ ਜਿਹਾ ਸਾਜ਼ ਹੁੰਦਾ ਹੈ ਜਿਹਦੇ ਵਿੱਚ ਫੂਕ ਮਾਰਿਆਂ ਆਵਾਜ਼ ਨਿਕਲਦੀ ਹੈ। ਉਹ ਸਿੱਖ ਸੰਗਤਾਂ ਖੁਸ਼ੀ ਦੇ ਵਿੱਚ, ਜਿਵੇਂ ਅੱਜ ਕੋਈ ਆਪਣੇ ਸਮੇਂ ਦੇ ਵਿੱਚ ਆਪਣੇ ਢੰਗ ਦੇ ਨਾਲ ਖੁਸ਼ੀ ਦਾ ਇਜ਼ਹਾਰ ਕਰਦੇ ਨੇ, ਉਸ ਸਮੇਂ ਸੰਗਤਾਂ ਆਉਂਦੀਆਂ ਨੇ ਨਫੀਰੀਆਂ ਵਜਾਉਂਦਿਆਂ, ਛੋਟੀਆਂ ਢੋਲਕੀਆਂ ਵਜਾ ਕੇ ਆਪਣੇ ਮਨ ਦੀ ਖੁਸ਼ੀ ਨੂੰ ਜ਼ਾਹਰ ਕਰਦੀਆਂ ਹਨ। ਵਜਹਿ ਰਬਾਬ ਮਿਰਦਾਂਗ ਗਨ ਸ਼ੰਖਨ ਕੋ ਸ਼ੋਰ। ਤੇ ਜਦੋਂ ਆ ਕੇ ਹਰਿਮੰਦਰ ਵਿੱਚ ਨਮਸਕਾਰ ਕਰਦੇ ਨੇ, ਸਾਹਮਣੇ ਕੀ ਹੋ ਰਿਹਾ? ਮਿਰਦੰਗ ਵੱਜ ਰਿਹਾ ਹੈ, ਰਵਾਬ ਟੁਣਕ ਰਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਰਾਗੀ ਸਿੰਘ ਰਵਾਬ ਤੇ ਕੀਰਤਨ ਕਰਦੇ ਨੇ। ਮਰਦੰਗ ਕਹਿੰਦੇ ਨੇ ਜਿਵੇਂ ਅੱਜ ਕੱਲ੍ਹ ਅਸੀਂ ਤਬਲੇ ਦੇ ਨਾਲ ਕੀਰਤਨ ਕਰਦੇ ਹਾਂ, ਮਰਦੰਗ ਦਾ ਆਕਾਰ ਇਹਦੇ ਨਾਲੋਂ ਵੱਡਾ ਹੁੰਦਾ ਹੈ। ਉਹ ਢੋਲਕੀ ਦੀ ਤਰ੍ਹਾਂ ਹੁੰਦਾ ਹੈ, ਆਟਾ ਲਾ ਕੇ ਵਜਾਇਆ ਜਾਂਦਾ ਹੈ। ਉਹਦੀ ਬੜੀ ਮਿੱਠੀ ਗੂੰਜ ਨਿਕਲਦੀ ਉਹਦੇ ਵਿੱਚ। ਉਹ ਤਬਲਾ ਤੇ ਕਈ ਵਾਰ ਕੰਨਾਂ ਵਿੱਚ ਵੱਜਦਾ ਹੈ ਨਾ, ਉਹ ਐਸਾ ਸਾਜ਼ ਨਹੀਂ, ਬੜੀ ਪਿਆਰੀ, ਬੜੀ ਮਿਹਨਤ ਵਾਲਾ ਸਾਜ਼, ਇਸ ਕਰਕੇ ਹੌਲੀ ਹੌਲੀ ਅਲੋਪ ਹੋ ਗਿਆ। ਪੁਰਾਣੇ ਸਮੇਂ ਦੇ ਵਿੱਚ ਗੁਰੂ ਘਰਾਂ, ਮੰਦਰਾਂ, ਮਸਜਿਦਾਂ ਦੇ ਗੁੰਬਦ ਇਸੇ ਕਰਕੇ ਬਣਾਏ ਜਾਂਦੇ ਸਨ ਕਿ ਅੰਦਰ ਬੈਠ ਕੇ ਜਦੋਂ ਸਾਜ਼ ਵੱਜੇ, ਜਦੋਂ ਕੋਈ ਅੱਲਾ ਦੀ, ਓਮ ਦੀ, ਓੰਕਾਰ ਦੀ ਧੁਨੀ ਨੂੰ ਉਲਾਪੇ, ਉਹ ਨਾਦ ਗੁੰਬਦ ਦੇ ਨਾਲ ਵੱਜ ਕੇ ਜਦੋਂ ਕੰਨਾਂ ਵਿੱਚ ਆਉਂਦਾ ਸੀ ਤੇ ਸਿੱਧਾ ਅੰਦਰ ਲੰਘਦਾ ਸੀਗਾ। ਸੋ ਇਸ ਕਰਕੇ ਅੱਜ ਇਹ ਪਿਰਤ ਦਿਨੋਂ ਦਿਨ ਘਟਦੀ ਜਾ ਰਹੀ ਹੈ। ਰਾਗਾਂ ਦੇ ਵਿੱਚ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ ਬੜੀ ਵੱਡੀ ਪੰਥ ਨੂੰ ਦੇਣ ਸੀ। ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਟਕਸਾਲ ਵਾਲਿਆਂ ਨੇ 91 ਦੇ ਵਿੱਚ ਇਹ ਸੰਮੇਲਨ ਕਰਵਾਇਆ ਸੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 31 ਸ਼ੁੱਧ ਰਾਗ ਔਰ ਇੰਨੇ ਹੀ ਮਿਸ਼ਰਤ ਰਾਗਾਂ ਦੇ ਸਰੂਪ ਨਿਰਧਾਰਿਤ ਕੀਤੇ ਗਏ ਸਨ। ਏਡੀ ਤਰਾਸਦੀ ਆ ਗਈ ਪੰਥ ਦੇ ਵਿੱਚ, ਆਪਣੇ ਰਾਗਾਂ ਦੇ ਸਰੂਪ ਹੀ ਭੁੱਲ ਗਏ। ਉਹ ਰਾਗ ਜਿਹਨੂੰ ਮਹਾਰਾਜ ਨੇ ਇੰਨੀ ਮਹਾਨਤਾ ਦਿੱਤੀ, ਰਾਗ ਧਨਾਸਰੀ ਮਹੱਲਾ ਪਹਿਲਾ, ਰਾਗ ਗੌੜੀ ਦੀਪਕੀ ਮਹੱਲਾ ਚੌਥਾ। ਰਾਗ ਨੂੰ ਪਹਿਲਾਂ ਰੱਖਿਆ, ਸ਼ਬਦ ਨੂੰ ਪਿੱਛੋਂ ਦਰਜ ਕੀਤਾ। ਰਾਗ ਇੱਕ ਭਾਂਡਾ ਹੈ, ਭਾਂਡੇ ਵਿੱਚ ਪਾ ਕੇ ਹੀ ਵਸਤੂ ਨੂੰ ਖਾਧਾ ਜਾ ਸਕਦਾ ਹੈ। ਮਹਾਰਾਜ ਨੇ ਇਹੀ ਬੋਲ ਕਹੇ ਸਨ, ਮਰਦਾਨਿਆਂ ਤੈਨੂੰ ਰਾਗ ਦੀ ਸੋਝੀ ਹੈ, ਜੇ ਕਿਧਰੇ ਰਾਗ ਦੇ ਵਿੱਚ ਸ਼ਬਦ ਪਾ ਕੇ ਗਾਏ ਤੈਨੂੰ ਅਮਰ ਕਰ ਦਈਏ, ਦਾਨੇ ਤੋਂ ਮਰਦਾਨਾ ਬਣਾ ਦਈਏ। ਸੋ ਲੋੜ ਹੈ ਅੱਜ ਪੰਥ ਨੂੰ ਇਹ ਮਿਹਨਤ ਕਰਨ ਦੀ ਕਿ ਉਹਨਾਂ ਜਥਿਆਂ ਨੂੰ ਅਭਿਆਸ ਕਰਾਇਆ ਜਾਵੇ ਜਿਹੜੇ ਤੰਤੀ ਸਾਜ਼ ਗੁਰੂ ਕਾਲ ਦੇ ਵੇਲੇ ਵਰਤੇ ਜਾਂਦੇ ਰਹੇ। ਰਵਾਬ ਹੈ, ਦਿਲਰੁਬਾ ਹੈ, ਤਾਊਸ ਹੈ, ਤਾਨਪੁਰਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤਾਨਪੁਰੇ ਤੇ ਕੀਰਤਨ ਕਰਦੇ ਰਹੇ। ਗੁਰੂ ਹਰਗੋਬਿੰਦ ਮਹਾਰਾਜ ਤਾਊਸ ਤੇ ਕੀਰਤਨ ਕਰਦੇ ਰਹੇ। ਗੁਰੂ ਅਰਜਨ ਸਾਹਿਬ ਮਹਾਰਾਜ ਖੁਦ ਸਰੰਦਾ ਲੈ ਕੇ ਹਰਿਮੰਦਰ ਵਿੱਚ ਕੀਰਤਨ ਕਰਦੇ ਰਹੇ। ਉਹਨਾਂ ਤੰਤੀ ਸਾਜ਼ਾਂ ਦੀ ਆਵਾਜ਼ ਸੁਣਦੀਆਂ ਨੇ ਜਦੋਂ ਸੰਗਤਾਂ ਆਉਂਦੀਆਂ ਨੇ, ਰਬਾਬ ਵੱਜਦੀ ਏ, ਨਾਲ ਮਰਦੰਗ ਦੇ ਨਾਲ ਤਾਲ ਦਿੱਤਾ ਜਾਂਦਾ ਹੈ ਤੇ ਅੰਮ੍ਰਿਤ ਵੇਲੇ, ਸੰਧਿਆ ਵੇਲੇ ਸ਼ੰਖ ਪੂਰਿਆ ਜਾ ਰਿਹਾ ਹੈ। ਗਾਵਹਿ ਰਾਗਨ ਮਹਿ ਸ਼ਬਦ ਫਿਰ ਕਰ ਚਾਹੂੰ ਔਰ। ਹਾਂ, ਕਹਿੰਦੇ ਫਿਰ ਰਾਗਾਂ ਦੇ ਵਿੱਚ ਸ਼ਬਦ ਪੜ੍ਹਦੇ ਨੇ, ਚਾਹੂੰ ਔਰਾ, ਭਾਵ ਜਦੋਂ ਪਰਿਕਰਮਾ ਕਰਦੀਆਂ ਸੰਗਤਾਂ, ਇੰਨਾ ਗਿਆਨ ਹੋ ਚੁੱਕਾ ਸ਼ਬਦ ਸੁਣ ਸੁਣ ਕੇ, ਉਹ ਬੰਦਸ਼ਾਂ ਸੰਗਤਾਂ ਦੇ ਮਨ ਵਿੱਚ ਵਸ ਗਈਆਂ ਨੇ ਕਿ ਪਰਿਕਰਮਾ ਕਰਦਿਆਂ ਵੀ ਰਾਗਾਂ ਦੇ ਵਿੱਚ ਸ਼ਬਦ ਪੜ੍ਹਦੀਆਂ ਨੇ। ਜਦੋਂ ਜੋਟੀਆਂ ਵਿੱਚ ਧਾਰਨਾ ਪੜ੍ਹਦੀਆਂ ਸੰਗਤਾਂ, ਉਹ ਵੀ ਰਾਗ ਦੇ ਵਿੱਚ ਉਚਾਰ ਰਹੀਆਂ ਹਨ। ਯਾਮ ਤਿਰਜਾਮਾ ਰਹੇ ਤੇ ਮੰਗਲ ਨਿਤ ਹੋਵੇ। ਜਦੋਂ ਇੱਕ ਪਹਿਰ ਰਾਤ ਰਹਿ ਜਾਂਦੀ, ਭਾਵ ਅੰਮ੍ਰਿਤ ਵੇਲਾ 3 ਵਜੇ, ਇਹਦਾ ਮਤਲਬ 2 ਵਜੇ ਉੱਠਦੇ ਹੋਣਗੇ ਤਾਂ ਹੀ ਇਸ਼ਨਾਨ ਕਰਕੇ 3 ਵਜੇ ਦਰਬਾਰ ਵਿੱਚ ਪਹੁੰਚਦੇ ਹੋਣਗੇ। ਉਸ ਵੇਲੇ ਹਨੇਰੇ ਹੀ ਮੰਗਲ ਲੱਗ ਜਾਂਦਾ ਹੈ, ਭਾਵ ਸਾਰੀਆਂ ਸੰਗਤਾਂ ਆ ਕੇ ਗੁਰੂ ਅਰਜਨ ਸਾਹਿਬ ਕੋਲ ਬੈਠ ਜਾਂਦੀਆਂ ਹਨ। ਵਰਤੇ ਬਹੁਤ ਘੜਾ ਸਭ ਗੁਰ ਦਰਸ਼ਨ ਜੋਮ। ਔਰ ਜਦੋਂ ਭੋਗ ਪੈਂਦਾ ਹੈ ਅੰਮ੍ਰਿਤ ਵੇਲੇ ਤੇ ਦੀਵਾਨ ਦਾ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਏ, ਮਹਾਰਾਜ ਹਰਿਮੰਦਰ ਵਿੱਚ ਬੈਠ ਜਾਂਦੇ ਨੇ। ਸਾਰੀਆਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ।
ਆਪਣੇ ਮਨ ਦੀਆਂ ਜਗਿਆਸਾ ਭਾਵਨਾਵਾਂ ਅਰਦਾਸ ਰੂਪ ਵਿੱਚ ਗੁਰੂ ਸਾਹਮਣੇ ਬਿਆਨ ਕਰਦੀਆਂ ਹਨ। ਯਾਮ ਦਿਵਸ ਕੇ ਚੜ੍ਹੇ ਲਓ ਮੇਲਾ ਰਹੇ ਭਾਰੀ। ਔਰ ਜਦੋਂ ਪਹਿਰ ਕੋ ਦਿਨ ਚੜ ਆਉਂਦਾ ਹੈ, ਭਾਵ ਦਿਨ ਦੇ 9 ਵਜੇ ਵੱਜ ਜਾਂਦੇ ਨੇ, ਸੂਰਜ ਦੀ ਟਿੱਕੀ ਥੋੜੀ ਉੱਪਰ ਆ ਜਾਂਦੀ ਹੈ, ਫਿਰ ਸਾਰੇ ਪਰਿਵਾਰ ਆਪਣੇ ਕਾਰ ਵਿਹਾਰ ਸਮੇਟ ਕੇ ਵੱਡੀ ਗਿਣਤੀ ਵਿੱਚ ਆ ਕੇ ਹਰਿਮੰਦਰ ਸਾਹਿਬ ਨਮਸਕਾਰ ਕਰਦੇ ਨੇ, ਜਿਸ ਕਰਕੇ ਭਾਰੀ ਮੇਲਾ ਲੱਗ ਜਾਂਦਾ ਹੈ। ਹਰ ਪਹਿ ਅਨਕੋ ਪਾਏ ਨ ਹੋਵਤ ਬਲਿਹਾਰੀ। ਬਲਿਹਾਰ ਜਾਂਦੇ ਨੇ ਆਪਣੇ ਗੁਰੂ ਦੇ ਦਰਸ਼ਨ ਕਰ ਕਰਕੇ, ਕੀਮਤੀ ਭੇਟਾਵਾਂ ਚਰਨਾਂ ਤੋਂ ਕੁਰਬਾਨ ਕਰਦੇ ਹਨ। ਗਾਏ ਰਬਾਬੀ ਸ਼ਬਦ ਕੋ ਰਾਗਣ ਚਤੁਰਾਈ। ਔਰ ਰਬਾਬੀ ਸਿੰਘ ਜਿਹੜੇ ਬੜੇ ਸਿਆਣੇ ਨੇ, ਚਤੁਰ ਨੇ, ਰਾਗ ਵਿਦਿਆ ਨੂੰ ਗਾਉਣ ਦੇ ਵਿੱਚ ਬੜੇ ਮਾਹਰ ਨੇ, ਐਸੇ ਅਭਿਆਸੀ ਕੀਰਤਨੀਏ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਕੀਰਤਨ ਪਏ ਕਰਦੇ ਹਨ। ਖਰੇ ਘਰੇ ਅਰਦਾਸ ਕੋ ਬਾਸ਼ਤ ਸਭ ਪਾਈ। ਔਰ ਖਲੋ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਮਨ ਦੀਆਂ ਇਛਾਵਾਂ ਪੂਰਨ ਹੁੰਦੀਆਂ ਹਨ। ਹੋਤ ਕੁਲਾਹਲ ਮਿਲਹਿ ਨਰ ਸਿਮਰਨ ਪ੍ਰਭ ਕੇਰਾ। ਕਹਿੰਦੇ ਉਦੋਂ ਕੋਲਾਹਲ ਹੋ ਜਾਂਦਾ ਹੈ, ਬੜੀ ਉੱਚੀ ਆਵਾਜ਼ ਆਉਂਦੀ ਹੈ। ਕਦੋਂ? ਜਦੋਂ ਸਿੱਖ ਸੰਗਤਾਂ ਮਿਲ ਕੇ ਸਿਮਰਨ ਕਰਦੀਆਂ ਨੇ, ਭਾਵ ਵਾਹਿਗੁਰੂ ਦੀ ਧੁਨ ਨੂੰ ਉੱਚੀ ਉੱਚੀ ਆਲਾਪਦੀਆਂ ਨੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਚੁੱਪ ਨਹੀਂ ਕਰਦੇ, ਜਦੋਂ ਕੋਈ ਇੱਕ ਜਾਣਾ ਵਾਹਿਗੁਰੂ ਦੀ ਧੁਨ ਆਲਾਪਦਾ, ਸਾਰੀਆਂ ਸੰਗਤਾਂ ਉੱਚੀ ਉੱਚੀ ਬੜੇ ਉਤਸ਼ਾਹ ਦੇ ਨਾਲ ਧੁਨ ਆਲਾਪਦੀਆਂ ਹਨ। ਜੈ ਜੈਕਾਰ ਉਚਾਰ ਤੇ ਕਰ ਚਹੁ ਦਿਸ਼ ਫੇਰ। ਚਾਰੇ ਦਿਸ਼ਾਵਾਂ ਵਿੱਚ ਛੋਟੀਆਂ ਪ੍ਰਕਰਮਾਂ ਨੇ ਹਰਿਮੰਦਰ ਦੇ ਆਲੇ ਦੁਆਲੇ, ਵੱਡੀਆਂ ਪ੍ਰਕਰਮਾਂ ਨੇ ਸਰੋਵਰ ਦੇ ਆਲੇ ਦੁਆਲੇ। ਸਿੱਖ ਸੰਗਤਾਂ ਦਰਸ਼ਨ ਕਰਦੀਆਂ ਨੇ, ਪ੍ਰਕਰਮਾ ਕਰਦੀਆਂ ਨੇ ਤੇ ਉੱਚੀ ਉੱਚੀ ਸਿਮਰਨ ਕਰਦੀਆਂ ਹਨ। ਨਈ ਨਈ ਨਿਤ ਸੰਗਤਾਂ ਆਮਹਿ ਚੱਲ ਦੂਰੀ। ਬੜੇ ਦੂਰ ਦੂਰ ਦੇ ਇਲਾਕਿਆਂ ਤੋਂ, ਕਾਬਲ ਕੰਧਾਰ ਤੋਂ ਲੈ ਕੇ ਇੱਧਰ ਸਾਰੇ ਦੱਖਣ ਭਾਰਤ ਦੇ ਏਰੀਏ ਤੋਂ ਸੰਗਤਾਂ, ਨਵੀਆਂ ਨਵੀਆਂ ਸੰਗਤਾਂ ਆ ਰਹੀਆਂ ਹਨ। ਪ੍ਰੇਮ ਪਰਮ ਪੁਲ ਕਾਬਲੀ ਹੋਏ ਮਿਲਤ ਹਦੂਰੀ। ਜਦੋਂ ਸਾਹਮਣੇ ਆਉਂਦੀਆਂ ਸੰਗਤਾਂ ਹਜੂਰ ਦਾ ਦੀਦਾਰ ਕਰਦੀਆਂ, ਦੇਖਦਿਆਂ ਸਾਰੇ ਕਹਿੰਦੇ ਰੋਮ ਰੋਮ ਅੰਦਰ ਝਰਨਾਹਟ ਛਿੜ ਜਾਂਦੀ ਹੈ। ਕੇਤ ਕੇ ਉਤਸਵ ਦੇਖ ਕੇ ਪ੍ਰਿਥੀਏ ਢਿਗ ਜਾਵੇਂ। ਕਈ ਐਸਾ ਮੰਗਲ ਆਨੰਦਮਈ ਦੀਦਾਰ ਕਰਦੇ ਨੇ ਸਿੱਖ ਸੰਗਤਾਂ, ਵਾਪਸ ਜਾਂਦਿਆਂ ਪਿਰਥੀ ਦੇ ਡੇਰੇ ਵਿੱਚੋਂ ਵੀ ਲੰਘ ਜਾਂਦੇ ਹਨ। ਮੰਗਲ ਸਗਲ ਸੁਨਾਵ ਤੇ ਬਹੁ ਬਿਦ ਗੁਣ ਗਾਵੇਂ। ਕਹਿੰਦੇ ਸਾਰੀਆਂ ਜੋ ਉੱਥੇ ਵਰਤਾਰਾ ਵਰਤਦਾ ਪਿਆ ਹਰਿਮੰਦਰ ਸਾਹਿਬ ਵਿੱਚੋਂ, ਜਦੋਂ ਪਿਰਥੀਏ ਨੂੰ ਦੱਸਦੇ ਨਾ ਵੀ ਉੱਥੇ ਤਾਂ ਬੜੀ ਭੀੜ ਲੱਗੀ ਰਹਿੰਦੀ ਏ, ਦੂਰ ਦੇ ਇਲਾਕਿਆਂ ਤੋਂ ਸੰਗਤਾਂ ਆ ਕੇ ਗੁਰੂ ਅਰਜਨ ਸਾਹਿਬ ਦਾ ਤੇ ਬੜਾ ਸਤਿਕਾਰ ਵੱਧ ਰਿਹਾ ਹੈ। ਅਦਕ ਦਰਬ ਆਵਹਿ ਚੱਲਿਓ ਗਿਣਤੀ ਕੁਛ ਨਹੀਂ। ਉੱਥੇ ਗਿਣਤੀ ਨਹੀਂ ਕੀਤੀ ਜਾ ਸਕਦੀ, ਕਿੰਨਾ ਕੁ ਮਾਇਆ ਦਾ ਧਨ ਉੱਥੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਚੜਾਇਆ ਜਾ ਰਿਹਾ ਹੈ। ਦੇਣ ਲੈਣ ਅਤ ਹੋਤ ਹੈ ਸ਼੍ਰੀ ਅਰਜਨ ਤਾਹੀ। ਔਰ ਜੋ ਲੈਣ ਦੇਣ ਕਰਦੇ ਨੇ ਮਹਾਰਾਜ, ਕਾਰ ਵਿਹਾਰੋ ਖੁਦ ਆਪ ਸੰਭਾਲਿਆ ਹੋਇਆ ਸਾਰਾ, ਕਿਉਂਕਿ ਗੁਰੂ ਰਾਮਦਾਸ ਦੇ ਸਮੇਂ ਇਹ ਸਾਰਾ ਕਾਰ ਵਿਹਾਰ ਬਾਬੇ ਪਿਰਥੀਏ ਕੋਲ ਸੀ। ਨਵਾਂ ਨਗਰ ਵਸਾਇਆ ਜਾ ਰਿਹਾ ਸੀ, ਰਾਤ ਦਿਨ ਲੰਗਰ ਚੱਲਦਾ ਸੀ, ਆਈ ਗਈ ਸੰਗਤ ਦੇ ਰਹਿائش ਦਾ ਪ੍ਰਬੰਧ ਕਰਨਾ, ਇਹ ਸਾਰੀਆਂ ਜ਼ਿੰਮੇਵਾਰੀਆਂ ਬਾਬੇ ਪਿਰਥੀਏ ਕੋਲ ਸਨ। ਜਦੋਂ ਦੇਖਿਆ ਭ੍ਰਿਸ਼ਟ ਹੋ ਗਿਆ, ਮਨ ਕਾਲਾ ਹੋ ਗਿਆ, ਮਾਇਆ ਨੂੰ ਵਰਤ ਵਰਤ ਕੇ ਮਹਾਰਾਜ ਨੇ ਪਾਸੇ ਕਰ ਦਿੱਤਾ। ਹੁਣ ਸਾਰੀ ਕਾਰ ਵਿਹਾਰ ਆਪਣੇ ਹੱਥ ਵਿੱਚ ਲੈ ਲਈ ਹੈ। ਤੁਮ ਟਿਗ ਭਾਗ ਹਜ਼ਾਰੋਂ ਆਏ ਨਾ ਧਨ ਕੋਈ। ਸਿੱਖ ਕਹਿੰਦੇ ਨੇ ਬਾਬਾ ਪਿਰਥੀਏ ਤੈਨੂੰ ਸੱਚ ਦੱਸੀਏ, ਜਿੰਨਾ ਮਾਇਆ ਦਾ ਧਨ ਉੱਥੇ ਪਿਆ ਚੜਦਾ ਹੈ, ਉਹਦੇ ਮੁਕਾਬਲੇ ਵਿੱਚ 1000 ਦੇ ਬਦਲੇ ਤੇਰੀ ਝੋਲੀ ਵਿੱਚ 1 ਟਕਾ ਪੈ ਰਿਹਾ, ਇੰਨਾ ਉੱਥੇ ਧਨ ਦਾ ਤਾਤਾ ਲੱਗਿਆ ਹੈ। ਸੰਗਤ ਦੇਸ਼ ਵਿਦੇਸ਼ ਤੇ ਪਰ ਪੀਰ ਹੈ ਸੋਈ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ, ਬੜੀ ਭੀੜ ਲੱਗੀ ਹੈ। ਕੋ ਮੰਗਲ ਤੈਨੂੰ ਕੇ ਤੁਮ ਨਿਕਟ ਸੁਣਾਵੇਂ। ਉਹਨਾਂ ਦੇ ਵਿੱਚੋਂ ਅਸੀਂ ਕੁਝ ਕੁ ਗੱਲਾਂ ਤੈਨੂੰ ਸੁਣਾ ਸਕਿਆ, ਨਹੀਂ ਤੇ ਉੱਥੋਂ ਦੀ ਮਹਿਮਾ ਨੂੰ ਕੌਣ ਬਿਆਨ ਕਰ ਸਕਦਾ ਹੈ। ਦਿਨ ਪ੍ਰਤ ਲਖਮੀ ਬਰਖਤੀ ਸਭ ਆਨੰਦ ਦਿਓ ਪਾਵੇਂ। ਸਾਰੇ ਆਨੰਦ ਪ੍ਰਾਪਤ ਕਰਦੇ ਨੇ, ਬੈਠੇ ਗੁਰਬਾਣੀ ਦੇ ਸੁੱਚੇ ਮੋਤੀ ਚੁਗਦੇ ਨੇ, ਰਾਤ ਦਿਨ ਮਾਇਆ ਦੀ ਬਰਖਾ ਹੋ ਰਹੀ ਹੈ। ਇੱਕ ਆਵਤ ਵਿਕ ਜਾਤ ਹੈ
ਇੱਕ ਕੀਨਸ ਡੇਰ। ਇੱਕ ਸੰਗਤਾਂ ਆਉਂਦੀਆਂ ਨੇ, ਇੱਕ ਕੁਝ ਦਿਨ ਠਹਿਰ ਕੇ ਚਲੀਆਂ ਜਾਂਦੀਆਂ ਨੇ, ਕੋਈ ਹੋਰ ਆਨੰਦ ਲੈਣ ਵਾਸਤੇ ਸਦਾ ਹੀ ਉੱਥੇ ਟਿਕ ਜਾਂਦੇ ਹਨ। ਇੱਕ ਦਰਸ਼ਨ ਕੋ ਦਰਸ ਤੇ ਦੇ ਦਰਬ ਕਨੇਰ। ਕਈ ਬੜੀਆਂ ਕੀਮਤੀ ਭਟਾਵਾਂ ਲਿਆ ਕੇ ਰੱਖਦੇ ਨੇ, ਸਿਰਫ ਇਸ ਖਾਤਰ ਵੀ ਗੁਰੂ ਅਰਜਨ ਸਾਹਿਬ ਦਾ ਦੀਦਾਰ ਚਾਹੀਦਾ ਹੈ। ਇੱਕ ਸੁਣ ਤੂੰ ਰਾਗਣ ਸ਼ਬਦ ਇੱਕ ਆਪੇ ਗਾਵੇਂ। ਇੱਕ ਤਾਂ ਸ਼ਬਦ ਨੂੰ ਸੁਣ ਕੇ ਉਹਦੀ ਆਰਾਧਨਾ ਕਰਦੇ ਨੇ, ਆਨੰਦ ਮਾਣਦੇ ਨੇ। ਕਈ ਪਿਆਰ ਦੇ ਵਿੱਚ ਭਿੱਜ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਆਪ ਗਾਉਂਦੇ ਹਨ। ਇੱਕ ਪਰਕਰਮਾ ਦੇਤ ਹੈ ਇੱਕ ਸੀਸ ਨਵਾਵੇਂ। ਕਈ ਤੇ ਪਰਕਰਮਾ ਪਈ ਕਰੀ ਜਾਂਦੇ ਨੇ, ਆਨੰਦ ਮਾਣਦੇ ਨੇ ਕੀਰਤਨ ਦਾ। ਕਈ ਬਾਰ-ਬਾਰ ਡੰਡੌਤ ਕਰ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇੱਕ ਕਰਤੇ ਇਸ਼ਨਾਨ ਕੋ ਕਰ ਅਦਬ ਉਦਾਰ। ਕਈ ਬੜੇ ਅਦਬ ਦੇ ਨਾਲ ਆ ਕੇ ਭਾਵਨਾ ਦੇ ਨਾਲ ਨਿਰਮਲ ਜਲ ਵਿੱਚ ਇਸ਼ਨਾਨ ਪਏ ਕਰਦੇ ਹਨ। ਇੱਕ ਕੀਰਤ ਮੁਖ ਤੇ ਕਰਤ ਗੁਰ ਅਰਜਨ ਭਾਰ। ਕਈ ਤੇ ਬੈਠ ਕੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰ ਲੈਂਦੇ ਨੇ, ਪਿਆਰ ਵਿੱਚ ਭਿੱਜ ਕੇ ਬਾਰ-ਬਾਰ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਤਰ੍ਹਾਂ ਨਾਮ ਜਪਦੇ ਹਨ। ਇੱਕ ਟਹਿਲ ਕੋ ਕਰਤ ਹੈ ਇੱਕ ਬਾਰ ਕੋ ਲੇਵੈਂ। ਕਈ ਤੇ ਸੰਗਤਾਂ ਆਉਂਦੀਆਂ ਨੇ, ਭਾਵਨਾਵਾਂ ਪੂਰਨ ਕਰਾਉਣ ਵਾਸਤੇ ਆ ਕੇ ਸੇਵਾ ਵਿੱਚ ਜੁਟ ਜਾਂਦੀਆਂ ਨੇ। ਇੱਕ ਉਹ ਨੇ ਜਿਨ੍ਹਾਂ ਦੀ ਸੇਵਾ ਪੂਰਨ ਹੋ ਗਈ, ਸਫਲ ਹੋ ਗਈ, ਉਹ ਆਪਣੀਆਂ ਭਾਵਨਾਵਾਂ ਪੂਰੀਆਂ ਕਰਾ ਕੇ ਵਾਪਸ ਜਾ ਰਹੇ ਹਨ। ਇੱਕ ਸੁਤ ਬਿਤ ਕੋ ਪਾਵ ਤੇ ਪਗ ਪੰਕਜ ਸੇਵੈਂ। ਹਾਂ, ਗੁਰੂ ਦੇ ਚਰਨ ਕਮਲਾਂ ਦੀ ਸੇਵਾ ਕਰ ਕਰਕੇ ਦੁੱਧ ਪੁੱਤ ਦੀਆਂ ਦਾਤਾਂ ਸਭ ਕੁਝ ਪ੍ਰਾਪਤ ਹੋ ਰਿਹਾ ਹੈ। ਗੁਰਤਾ ਭਸ ਹੈ ਬਿਦਤ ਤਹਿ ਜੈਕਾਰ ਉਚਾਰੈ। ਭਾਈ ਸਾਹਿਬ ਕਹਿੰਦੇ ਕੌਣ ਹੈ ਜੋ ਗੁਰੂ ਅਰਜਨ ਸਾਹਿਬ ਦੀ ਮਹਿਮਾ ਨੂੰ ਝੁਠਲਾ ਸਕਦਾ ਹੈ? ਸਾਰਿਆਂ ਨੂੰ ਪ੍ਰਤੱਖ ਪਿਆ ਦਿਸਦਾ ਹੈ ਵੀ ਇਹੀ ਅਸਲੀ ਗੁਰੂ ਹਨ। ਗੁਰਤਾ ਗੱਦੀ ਪ੍ਰਗਟ ਹੋ ਚੁੱਕੀ ਹੈ। ਕੀਰਤ ਅਤ ਬਿਸਤਰਤ ਹੈ ਬੁੱਧ ਗਿਆਨ ਵਿਚਾਰੇ। ਬੜੀ ਕੀਰਤੀ ਹੋ ਰਹੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ। ਬੁੱਧ ਤੇ ਗਿਆਨ ਦੀ ਚਰਚਾ ਚੱਲਦੀ ਉੱਥੇ। ਇਹ ਯਾਦ ਰੱਖਣਾ, ਬੁੱਧੀ ਤੇ ਗਿਆਨ ਦੀ ਚਰਚਾ। ਭਾਈ ਗੁਰਦਾਸ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ, ਜੋ ਅੱਜ ਕੱਲ ਬੜਾ ਚਰਚਾ ਦਾ ਵਿਸ਼ਾ ਬਣਿਆ, ਕਰਤਾਰਪੁਰ ਦਾ ਲਾਂਘਾ, ਬੜੇ ਸੁਭਾਗ ਨੇ ਸਿੱਖਾਂ ਦੇ ਜਿਨ੍ਹਾਂ ਨੂੰ ਇਸ ਜਨਮ ਦੇ ਵਿੱਚ ਕਰਤਾਰਪੁਰ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਏਗਾ। ਉਸ ਕਰਤਾਰਪੁਰ ਦੀ ਧਰਤੀ ਬਾਰੇ ਬਿਆਨ ਕਰਦਿਆਂ ਭਾਈ ਗੁਰਦਾਸ ਜੀ ਨੇ ਆਪਣੀ ਪੌੜੀ ਵਿੱਚ ਇੱਕ ਪੰਕਤੀ ਅੰਕਿਤ ਕੀਤੀ ਹੈ। ਉਹ ਕਹਿਣ ਲੱਗੇ, ਉੱਥੇ ਦੇਖੋ ਕੈਸਾ ਆਨੰਦ ਬਣਿਆ, ਮੰਜੀ ਬੈਠ ਕੀਆ ਅਵਤਾਰਾ। ਉਦਾਸੀਆਂ ਨੂੰ ਸਮਾਪਤ ਕਰਤਾ ਹੈ। ਪਹਿਰ ਸੰਸਾਰੀ ਕੱਪੜੇ, ਦੁਨੀਆਦਾਰ ਦੀ ਤਰ੍ਹਾਂ ਚੱਲ ਕੇ ਦਿਖਾ ਰਹੇ ਨੇ ਗੁਰੂ ਨਾਨਕ। ਕਿਰਤ ਕਰਦੇ ਨੇ, ਨਾਮ ਜਪਦੇ ਨੇ, ਕਿਰਤ ਵਿੱਚੋਂ ਸੰਗਤਾਂ ਨੂੰ ਲੰਗਰ ਪੈ ਛਕਾਉਂਦੇ ਨੇ। ਤੇ ਜਦੋਂ 2 ਵਕਤ ਦਰਬਾਰ ਸਜਦੇ ਤੇ ਦਰਬਾਰ ਦੇ ਵਿੱਚ ਕੀ ਹੁੰਦਾ ਹੈ? ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨ ਕਾਰਾ। ਗਿਆਨ ਦੀ ਗੋਸ਼ਟੀ ਹੁੰਦੀ ਹੈ, ਚਰਚਾ ਹੁੰਦੀ ਹੈ, ਪਰ ਕੁਚਰਚਾ ਨਹੀਂ ਹੁੰਦੀ। ਅੱਜ ਗਿਆਨ ਨੂੰ ਚਰਚਾ ਦੇ ਬਹਾਨੇ ਕੁਚਰਚਾ ਕਰੀ ਜਾਂਦੇ ਨੇ, ਝਗੜੇ ਹੋ ਰਹੇ ਨੇ। ਉੱਥੇ ਆਪਣੇ ਅੰਦਰ ਦੇ ਸ਼ੰਕਿਆਂ ਨੂੰ ਹੱਲ ਕੀਤਾ ਜਾਂਦਾ ਹੈ, ਬਹਿਸ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਬੁੱਧੀ ਤੇ ਗਿਆਨ ਦੇ ਵਿੱਚ ਬੜਾ ਵੱਡਾ ਫਰਕ ਹੈ। ਬੁੱਧੀ ਉਸ ਚੀਜ਼ ਨੂੰ ਸਮਝਦੀ ਹੈ ਜੋ ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ। ਇਹ ਯਾਦ ਰੱਖਣਾ, ਇੱਕ ਘਟਨਾ ਬਿਆਨ ਕਰਦਿਆਂ ਦੋਵਾਂ ਦਾ ਅੰਤਰ ਪਤਾ ਲੱਗ ਜਾਏਗਾ। ਗੁਰੂ ਨਾਨਕ ਪਾਤਸ਼ਾਹ ਆਪਣੀ ਮੁੱਠੀ ਨੂੰ ਬੰਦ ਕਰਕੇ ਸਿੱਖਾਂ ਨੂੰ ਪੁੱਛਦੇ ਨੇ, ਮੇਰੀ ਮੁੱਠੀ ਵਿੱਚ ਕੀ ਹੈ? ਜਿਹੜਾ ਤੇ ਬੁੱਧੀ ਦੇ ਤਲ ਤੇ ਜੀ ਰਿਹਾ ਸੀ, ਬਾਬਾ ਸ਼੍ਰੀ ਚੰਦ ਜੀ ਨੂੰ ਪੁੱਛਿਆ, ਹੋਰ ਕਈ ਸਿੱਖਾਂ ਨੂੰ ਪੁੱਛਿਆ, ਮੇਰੀ ਮੁੱਠੀ ਵਿੱਚ ਕੀ ਹੈ? ਬੁੱਧੀ ਦੇ ਤਲ ਤੇ ਜੀਣ ਵਾਲਿਆਂ ਨੇ ਕਹਿ ਦਿੱਤਾ, ਮਹਾਰਾਜ 2 ਟਕੇ ਹੋਣੇ ਆ, ਕਿਉਂਕਿ ਹੁਣੇ ਸੰਗਤ ਗਈ ਨਮਸਕਾਰ ਕਰਕੇ। ਮੁੱਠੀ ਵਿੱਚ ਕਿੰਨਾ ਕੁਝ ਆ ਸਕਦਾ ਸੀ, ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਕਹਿ ਦਿੱਤਾ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ ਵੀ ਮੁੱਠੀ ਵਿੱਚ ਕੀ ਹੋਏਗਾ। ਵਾਰੀ ਆਈ ਬਾਬਾ ਲਹਿਣਾ ਜੀ ਦੀ, ਕਹਿਣ ਲੱਗੇ, ਲਹਿਣਿਆ ਮੇਰੀ ਮੁੱਠੀ ਵਿੱਚ ਕੀ ਹੈ? ਹੁਣ ਗਿਆਨ ਦੇ ਤਲ ਤੇ ਜੀਣ ਵਾਲੇ ਦਾ ਜੀਵਨ ਦੇਖਿਓ। ਗੁਰੂ ਨਾਨਕ ਪਾਤਸ਼ਾਹ, ਐਸਾ ਬ੍ਰਹਿਮੰਡ ਦੇ ਵਿੱਚ ਕੀ ਹੈ ਜੋ ਤੁਹਾਡੀ ਮੁੱਠੀ ਵਿੱਚ ਨਹੀਂ ਹੈ? ਸਭ ਕੁਝ ਤੁਹਾਡੀ ਮੁੱਠੀ ਦੇ ਵਿੱਚ ਹੈ। ਸਿਰਫ ਇੰਨਾ ਕੋ ਫਰਕ ਹੈ ਗਿਆਨ ਤੇ ਬੁੱਧ ਦੇ ਵਿੱਚ। ਮਹਾਰਾਜ ਕਹਿੰਦੇ ਉੱਥੇ ਚਰਚਾ ਹੁੰਦੀ ਹੈ, ਕੋਈ ਚਰਚਾ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਗਿਆਨ ਤੇ ਬੁੱਧੀ ਦੀਆਂ ਗੱਲਾਂ ਨੂੰ ਜਣਾ ਕੇ 'ਸਿੱਖ ਸੰਗਤਾਂ ਨੂੰ ਸ਼ਬਦ ਦੇ ਨਾਲ ਜੋੜਦੇ ਹਨ।
ਇਤਿਆਦਿਕ ਨਰ ਆਏ ਕੈ ਬਿਰਤਾਂਤ ਸੁਣਾਵੈ। ਇਤਿਆਦਿਕ ਸਿੱਖ ਸੰਗਤਾਂ ਆਉਂਦੀਆਂ ਨੇ, ਆ ਕੇ ਲੰਘਦੀਆਂ ਹੋਈਆਂ ਬਾਬੇ ਪਿਰਥੀ ਨੂੰ ਵੀ ਬਿਰਤਾਂਤ ਸੁਣਾ ਜਾਂਦੀਆਂ ਨੇ ਵੀ ਉੱਥੇ ਕਿਹੋ ਜਿਹਾ ਮੇਲਾ ਲੱਗਾ ਹੈ, ਉਸ ਮੇਲੇ ਨੂੰ ਕਿਵੇਂ ਗੁਰੂ ਅਰਜਨ ਸਾਹਿਬ ਜੋੜ ਮੇਲੇ ਦੇ ਰੂਪ ਵਿੱਚ ਬਦਲ ਰਹੇ ਹਨ। ਸੁਣ ਸੁਣ ਪ੍ਰਿਥਿਆ ਬਹੁ ਖਿਜਹਿ ਮਨ ਮਹਿ ਪਛਤਾਵੇ। ਮਨ ਵਿੱਚ ਬੜਾ ਪਛਤਾਉਂਦਾ ਬਾਬਾ ਪਿਰਥੀਆ, ਖਿੱਚਦਾ ਹੈ ਕਿ ਪੈਸਾ ਤੇ ਮੈਂ ਵੀ ਗੁਰੂ ਅਰਜਨ ਸਾਹਿਬ ਦੇ ਬਰਾਬਰ ਹੀ ਖਰਚ ਕੀਤਾ ਹੈ, ਏਡੇ ਸੋਹਣੇ ਮੰਦਿਰ ਵਿੱਚ ਇਸ ਤਲਾਬ ਵਿੱਚ ਕਿਉਂ ਨਹੀਂ ਕੋਈ ਆ ਕੇ ਇਸ਼ਨਾਨ ਕਰਦਾ। ਆਪਣੇ ਸ਼ਰਮ ਜੇਤੋ ਕਰਿਓ ਸਭ ਬਾਦ ਪਛਾਨੇ। ਹਾਂ, ਜੋ ਕੁਝ ਵੀ ਇਹਨੇ ਕੀਤਾ ਸੀ, ਜਿੰਨੀ ਮਿਹਨਤ ਕੀਤੀ, ਰਾਤ ਦਿਨ ਕਾਮਿਆਂ ਨੂੰ ਲਾ ਕੇ ਮੰਦਿਰ ਬਣਵਾਇਆ, ਤਲਾਬ ਬਣਾਇਆ, ਹੁਣ ਮਨ ਵਿੱਚ ਵਿਚਾਰਦਾ ਵੀ ਇਹ ਸਾਰੀ ਕੀਤੀ ਮਿਹਨਤ ਇਉਂ ਨਿਫਲ ਹੀ ਚਲੀ ਗਈ ਹੈ। ਲੱਖੋਂ ਧਨ ਕੋ ਖਰਚ ਭਾ ਬੇਅਰਥ ਸੋ ਮਨ। ਲੱਖਾਂ ਰੁਪਈਆ ਖਰਚ ਤੇ ਦਿੱਤਾ ਹੈ ਪਰ ਕੋਈ ਨਫਾ ਨਹੀਂ ਹੋ ਰਿਹਾ, ਕੋਈ ਪ੍ਰੋਫਿਟ ਨਹੀਂ, ਇਸ ਕਰਕੇ ਵਿਅਰਥ ਹੀ ਚਲਾ ਗਿਆ ਹੈ। ਲਗਤ ਮੋਕੋ ਇਹ ਨਏ ਦੁਖਦਾਇਕ ਹੋਈ। ਕਹਿੰਦਾ ਈਰਖਾ ਤੇ ਪਹਿਲਾਂ ਹੀ ਬੜੀ ਅੰਦਰ ਮੱਚਦੀ ਪਈ ਸੀ, ਹੁਣ ਇੱਕ ਹੋਰ ਨਵਾਂ ਦੁੱਖ ਲੱਗ ਗਿਆ। ਉਹ ਇਹ ਹੈ ਵੀ ਮੈਂ ਨੀਵਾਂ ਹੋ ਗਿਆ ਗੁਰੂ ਅਰਜਨ ਸਾਹਿਬ ਦੇ ਸਾਹਮਣੇ। ਮੇਰੇ ਬਣਾਏ ਮੰਦਿਰ ਵਿੱਚ ਉਹਨੇ ਲੋਕ ਨਹੀਂ ਆ ਰਹੇ ਜਿੰਨੀਆਂ ਸੰਗਤਾਂ ਉੱਥੇ ਜਾ ਰਹੀਆਂ ਨੇ। ਇਹ ਨੀਵੇਂਪਨ ਦਾ ਮੈਨੂੰ ਨਵਾਂ ਅਹਿਸਾਸ ਹੋਇਆ ਹੈ, ਇਹ ਤਾਂ ਬੜਾ ਭਾਰੀ ਦੁੱਖ ਲੱਗ ਗਿਆ ਹੈ। ਸਭ ਜਾਣਗੇ ਗੁਰ ਨਹੀਂ ਸਰ ਬਸਿਓ ਨਾ ਕੋਈ। ਮਨ ਵਿੱਚ ਹੀ ਸੋਚਦਾ ਹੈ ਵੀ ਲੋਕ ਹੁਣ ਮੈਨੂੰ ਕੀ ਕਹਿਣਗੇ ਵੀ ਸੱਚਮੁੱਚ ਪਿਰਥੀਆ ਝੂਠਾ ਸੀ, ਇਹ ਝੂਠਾ ਦਾਵਾ ਕਰਦਾ ਰਿਹਾ ਗੁਰੂ ਗੱਦੀ ਦੇ ਉੱਤੇ, ਕਿਉਂਕਿ ਆਪਣੇ ਸਰੋਵਰ ਦੀ ਮਹਿਮਾ ਨੂੰ ਪ੍ਰਗਟ ਹੀ ਨਹੀਂ ਕਰ ਸਕਿਆ। ਕਿਸੇ ਦਾ ਦੁੱਖ ਤੇ ਦੂਰ ਹੋਇਆ ਹੀ ਨਹੀਂ, ਕਿਸੇ ਦਾ ਮਨ ਤੇ ਟਿਕਿਆ ਹੀ ਨਹੀਂ, ਸੁੱਖ ਤੇ ਪ੍ਰਾਪਤ ਹੋਇਆ ਹੀ ਨਹੀਂ। ਮਨ ਵਿੱਚ ਹੀ ਇਸ ਤਰ੍ਹਾਂ ਗੱਲਾਂ ਸੋਚ ਸੋਚ ਕੇ ਝੂਰਦਾ ਹੈ। ਮੇਲਾ ਲਗਿਓ ਨਾ ਪੁਰਬ ਕੇ ਨਰ ਬ੍ਰਿੰਦ ਨ ਆਵੈ। ਨਾ ਤੇ ਕੋਈ ਸਿੱਖ ਸੰਗਤਾਂ ਦੇ ਜਥੇ ਆਉਂਦੇ ਨੇ, ਦੀਵਾਲੀ ਵੀ ਲੰਘ ਗਈ ਹੈ, ਵਿਸਾਖੀ ਵੀ ਲੰਘ ਗਈ ਹੈ, ਕਿਸੇ ਪੁਰਬ ਦੇ ਉੱਤੇ ਕੋਈ ਵੀ ਇਕੱਠ ਨਹੀਂ ਹੋਇਆ। ਮਹਿਮਾ ਨਹਿ ਵਿਸਤਰਤ ਭਈ ਨਹਿ ਸ਼ਰਧਾ ਲਿਆਵੈ। ਨਾ ਤੇ ਕੋਈ ਸ਼ਰਧਾ ਲਿਆਉਂਦਾ ਇਸ ਮੰਦਿਰ ਦੇ ਉੱਤੇ, ਨਾ ਹੀ ਕੋਈ ਇਹਦੀ ਮਹਿਮਾ ਕੀਰਤੀ, ਕੋਈ ਏਡੀ ਵਡਿਆਈ ਕਰਦਾ ਹੈ। ਬੜ ਉਦਾਰਤਾ ਮੈਂ ਕਰੀ ਖਰਚਿਓ ਧਨ ਭਾਰੀ। ਮੈਂ ਤਾਂ ਕੋਈ ਕਸਰ ਨਹੀਂ ਛੱਡੀ ਇਹਨੂੰ ਸੋਹਣਾ ਬਣਾਉਣ ਵਿੱਚ, ਬੜਾ ਪੈਸਾ ਖਰਚਿਆ ਹੈ। ਅਲਪ ਦਿਨਨ ਮੈਂ ਬ੍ਰਿੰਦ ਨਰ ਲਗ ਕੀਨ ਸਤਿਆਰੀ। ਬੜੀ ਗਿਣਤੀ ਵਿੱਚ ਕਾਮਿਆਂ ਨੂੰ ਲਾ ਲਾ ਕੇ ਥੋੜੇ ਦਿਨਾਂ ਦੇ ਵਿੱਚ ਏਡਾ ਸੁੰਦਰ ਮਕਾਨ ਤਿਆਰ ਕਰਵਾਇਆ ਸੀ। ਸੁੰਦਰ ਬਣਿਓ ਤੜਾਗ ਬੜ ਨਹਿ ਕੀਮਤ ਜਾਨੀ। ਬੜਾ ਸੁੰਦਰ ਤਲਾਬ ਬਣਾਇਆ, ਪੱਕਾ ਕਰਾਇਆ, ਪਾਣੀ ਵਿੱਚ ਸਾਫ਼ ਰਹਿੰਦਾ। ਪਤਾ ਨਹੀਂ ਲੋਕ ਕਿਉਂ ਨਹੀਂ ਇਹਦੀ ਕੀਮਤ ਨੂੰ ਜਾਣਦੇ, ਕਿਉਂ ਨਹੀਂ ਆ ਕੇ ਸ਼ਰਧਾ ਲਿਆ ਕੇ ਇੱਥੇ ਇਸ਼ਨਾਨ ਕਰਦੇ। ਜਾਂ ਤੇ ਸੰਗਤ ਆਏ ਨਹਿ ਸ਼ਰਧਾ ਠਾਨੀ। ਨਾ ਕੋਈ ਆਉਂਦਾ ਹੈ, ਨਾ ਕੋਈ ਸ਼ਰਧਾ ਧਾਰਦਾ ਹੈ, ਸਭ ਕੀਤਾ ਕਰਾਇਆ ਮੇਰਾ ਬਿਰਥਾ ਗਿਆ ਹੈ। ਦਰਬ ਲਗਾਇਓ ਜਤਕ ਮੈਂ ਲੱਖੋਂ ਲੱਗ ਜਾ ਮੈਂ। ਹਾਂ, ਕਹਿਣ ਲੱਗੇ ਜਿੰਨਾ ਮੈਂ ਲੱਖਾਂ ਰੁਪਈਆ ਇਹਦੇ ਉੱਤੇ ਖਰਚ ਚੁੱਕਾ ਹਾਂ। ਪੂਜਾ ਮਹਿ ਨਹਿ ਤਿਤਕ ਹੋਏ ਬੀਸਕ ਬਰਸਾ ਮੈਂ। ਦੇਖੋ ਭਾਵਨਾ ਕੀ ਪਿੱਛੇ ਬਣਾਈ ਬੈਠਾ ਹੈ। ਕਹਿੰਦਾ ਜਿੰਨੇ ਮੈਂ ਪੈਸੇ ਖਰਚ ਦਿੱਤੇ ਨੇ ਇਸ ਤਲਾਅ ਤੇ ਮੰਦਿਰ ਉੱਤੇ, ਤੇ ਜਿਸ ਹਿਸਾਬ ਦੇ ਨਾਲ ਗੋਲਕ ਨਿਕਲਦੀ ਹੈ ਮਹੀਨੇ ਦੀ, ਜੇ ਇਸੇ ਤਰ੍ਹਾਂ ਹੀ ਸੰਗਤ ਆਉਂਦੀ ਰਹੀ ਤੇ 20 ਸਾਲਾਂ ਤੱਕ ਵੀ ਮੇਰਾ ਲੱਗਾ ਹੋਇਆ ਪੈਸਾ ਪੂਰਾ ਨਹੀਂ ਹੋਵੇਗਾ। ਇਮ ਪ੍ਰਿਥਿਆ ਨਿਤ ਪ੍ਰਤ ਚਿਤ ਹੈ ਚਿੰਤਾ ਚਿਤ ਮਾਹੀ। ਕਹਿੰਦੇ ਇਸੇ ਤਰ੍ਹਾਂ ਰਾਤ ਦਿਨ ਪੈਸੇ ਦੀ ਖਾਤਰ ਚਿੰਤਾ ਦੇ ਵਿੱਚ ਡੁੱਬਿਆ ਸੀ, ਬਿਰਤੀ ਨੀਵੀਂ ਚਲੇ ਗਈ ਹੈ। ਕੀਰਤ ਸੁਨਹਿ ਸ਼ਰੀਕ ਕੀ ਨਿਸ ਦਿਨ ਸੁਖ ਨਾਹੀ। ਰਾਤ ਦਿਨ ਸੁਖ ਨਹੀਂ ਆਉਂਦਾ, ਸ਼ਰੀਕ ਮੰਨੀ ਬੈਠਾ ਗੁਰੂ ਅਰਜਨ ਸਾਹਿਬ ਨੂੰ ਤੇ ਈਰਖਾ ਦੇ ਵਿੱਚ ਭੁੱਜਦਾ ਪਿਆ ਹੈ। ਸੁਲਹੀ ਸੋ ਕਬ ਕਬ ਮਿਲੇ ਦੁਖ ਕਹਿਤ ਸੁਣਾਵੇ। ਹਾਂ, ਕਦੀ ਕਦੀ ਸੁਲਹੀ ਦੇ ਡੇਰੇ ਚਲਿਆ ਜਾਂਦਾ ਉਹਨੂੰ ਦੁੱਖ ਦੱਸਣ ਵਾਸਤੇ। ਜਦ ਦਿੱਲੀਪੁਰ ਚਲੋਗੇ ਕਾਰਜ ਬਣ ਜਾਵੇ। ਬੜਾ ਝੂਰਦਾ ਹੋਇਆ ਵਿਚਾਰਾ ਜਿਹਾ ਮੂੰਹ ਬਣਾ ਕੇ ਕਹਿੰਦਾ ਜਦੋਂ ਕਿਧਰੇ ਤੁਸੀਂ ਦਿੱਲੀ ਜਾਓਗੇ, ਪਤਾ ਨਹੀਂ ਕਦੋਂ ਜਾਣਾ ਹੈ ਤੁਸੀਂ ਵਾਪਸ, ਉਦੋਂ ਕਿਧਰੇ ਜਾ ਕੇ ਮੇਰਾ ਕੰਮ ਸੂਤ ਆਵੇਗਾ। ਜਾਵਤ ਗਾਦੀ ਗੁਰੂ ਕੀ ਸ਼੍ਰੀ ਅਰਜਨ ਪਾਹੀ। ਹਾਂ, ਜਿਹੜੀ ਗੁਰਤਾ ਗੱਦੀ ਤੇ ਗੁਰੂ ਅਰਜਨ ਸਾਹਿਬ ਬੈਠੇ ਨੇ ਉਹ ਤਾਂ ਮੈਨੂੰ ਉਦਣ ਹੀ ਮਿਲੇਗੀ ਜਿੱਦਣ ਤੁਸੀਂ ਦਿੱਲੀ ਜਾ ਕੇ ਜਹਾਂਗੀਰ ਦੇ ਅੱਗੇ ਫਰਿਆਦ ਕਰੋਗੇ। ਪਾਵਤ ਮਮ ਕੀਰਤ ਕਹਾਂ ਪੂਜਾ ਹੋਏ ਨਾਹੀ। ਉਨੀ ਦੇਰ ਤੱਕ ਮੈਨੂੰ ਕਿਸੇ ਸਿੱਖ ਸੰਗਤਾਂ ਨੇ ਨਹੀਂ ਪੁੱਛਣਾ, ਨਾ ਮੇਰੀ ਕੀਰਤੀ ਹੋਣੀ ਏ, ਨਾ ਮੇਰੀ ਪੂਜਾ ਹੋਣੀ, ਮੈਨੂੰ ਕੋਈ ਨਹੀਂ ਜਾਣਦਾ। ਅਜਮਤ ਹੋਏ ਨਾ ਮੋਹਿ ਮੈਂ ਨੈ ਸ਼ਰਧਾ ਧਾਰੇ। ਕਿਉਂਕਿ ਅਜਮਤ ਕੋਈ ਨਹੀਂ, ਨਾ ਮੇਰੇ ਵਿੱਚ ਕਲਾ ਕੋਈ ਨਹੀਂ,
ਬਥੇਰੇ ਸਿਰਾਂ ਉੱਤੇ ਹੱਥ ਰੱਖਦਾ ਪਰ ਕਿਸੇ ਦਾ ਸੌਰ ਦਾ ਕੁਝ ਨਹੀਂ। ਸੋ ਇਸ ਕਰਕੇ ਉਨੀ ਦੇਰ ਤੱਕ ਮੇਰੀ ਮਹਿਮਾ ਨਹੀਂ ਜਿੰਨੀ ਦੇਰ ਤੱਕ ਮੈਂ ਗੱਦੀ ਤੇ ਨਹੀਂ ਬੈਠ ਜਾਂਦਾ। ਇਹ ਵੀ ਉਹਦੇ ਮਨ ਦਾ ਇੱਕ ਭਰਮ ਹੈ। ਜੇ ਇਸ ਤਰ੍ਹਾਂ ਜ਼ੋਰ ਨਾਲ ਉਹ ਟਿਕਾਣਾ ਮੱਲ ਕੇ ਬੈਠਿਆਂ ਕਲਾ ਵਰਤਦੀ ਹੁੰਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਰਤਾਰਪੁਰ ਛੱਡਣ ਦੀ ਲੋੜ ਨਹੀਂ ਸੀ। ਦਾਤ ਜੋਤ ਖਸਮੇ ਵਡਿਆਈ, ਕਿਰਪਾ ਤੇ ਅੰਦਰ ਟਿਕਣੀ, ਉਸ ਭਾਂਡੇ ਵਿੱਚ ਟਿਕਣੀ ਜਿਹੜਾ ਭਾਂਡਾ ਕਿਰਪਾ ਵਾਸਤੇ ਤਿਆਰ ਹੋ ਗਿਆ। ਬਿਲਡਿੰਗਾਂ ਦੇ ਵਿੱਚ ਕਦੀ ਕਿਰਪਾ ਨਹੀਂ ਵਰਤਦੀ। ਆਏ ਨ ਬੰਧਨ ਕਰਤ ਹੈ ਨਹਿ ਦੇ ਉਪਹਾਰ। ਕਹਿੰਦਾ ਜਿੰਨੀ ਦੇਰ ਤੱਕ ਮੈਂ ਗੱਦੀ ਤੇ ਨਹੀਂ ਬੈਠਦਾ ਨਾ ਤੇ ਕਿਸੇ ਨੇ ਆ ਕੇ ਡੰਡੌਤ ਬੰਦਨਾ ਕਰਨੀ ਹੈ, ਨਾ ਕਿਸੇ ਨੇ ਉਨੀ ਦੇਰ ਸ਼ਰਧਾ ਲਿਆਉਣੀ ਹੈ। ਤੋਹੇ ਕਰੇ ਤੇ ਮੋਹੇ ਕੋ ਬੜ ਬਧੇ ਪ੍ਰਤਾਪ। ਜੇ ਕਿਧਰੇ ਸੁਲਹੀ ਖਾਨ ਤੂੰ ਮੇਰੇ ਤੇ ਪਰਉਪਕਾਰ ਕਰ ਦੇਵੇਂ, ਯਾਦ ਰੱਖ ਤਾਂ ਕਰਕੇ ਮੇਰਾ ਪ੍ਰਤਾਪ ਵੱਧ ਸਕਦਾ ਹੈ। ਦੇਖੋ ਕਿੱਡਾ ਵੱਡਾ ਅੰਤਰ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਰਾਮਦਾਸ ਦੇ ਅੱਗੇ ਸਜਦਾ ਕਰਦੇ ਨੇ, ਡੰਡੌਤ ਕਰਦੇ ਨੇ ਵੀ ਸਾਨੂੰ ਕਿਰਪਾ ਚਾਹੀਦੀ ਹੈ। ਇਹ ਰਾਜਨੀਤਿਕ ਸੋਚ ਵਾਲਾ ਬੰਦਾ ਉਸ ਸਮੇਂ ਦੀ ਸਲਤਨਤ ਅੱਗੇ ਨੱਕ ਰਗੜ ਰਿਹਾ ਹੈ ਵੀ ਤੁਸੀਂ ਸਹਾਈ ਹੋ ਤਾਂ ਕਿਰਪਾ ਵਰਤੇਗੀ। ਕਿਰਪਾ ਦੇ ਅਰਥ ਦੇ ਅਨਰਥ ਕਰ ਦਿੱਤੇ। ਸਿੱਖ ਸੰਗਤ ਸਭ ਆਏ ਹੈ ਕਰ ਹੈ ਮਮ ਜਾਪਾ। ਹਾਂ, ਕਹਿਣ ਲੱਗਾ ਸਿੱਖ ਸੰਗਤਾਂ ਫਿਰ ਮੇਰੇ ਕੋਲ ਆਉਣਗੀਆਂ ਜਦੋਂ ਮੈਂ ਗੱਦੀ ਤੇ ਬੈਠ ਜਾਵਾਂਗਾ, ਫਿਰ ਮੇਰੇ ਨਾਮ ਦਾ ਜਾਪ ਕਰਨਗੀਆਂ। ਕਿੱਡਾ ਵੱਡਾ ਅੰਤਰ ਆ ਚੁੱਕਾ ਹੈ। ਬਾਣੀ ਦੇ ਬੋਹਿਤ ਨੇ ਗੁਰੂ ਅਰਜਨ ਸਾਹਿਬ ਮਹਾਰਾਜ, ਬਾਣੀ ਉਚਾਰਦੇ ਨੇ, ਕਿਧਰੇ ਵੀ ਆਪਣਾ ਨਾਮ ਨਹੀਂ ਦਰਜ ਕਰਦੇ। ਕਿਧਰੇ ਤਤਕਰੇ ਵਿੱਚ ਨਹੀਂ ਲਿਖਿਆ ਵੀ ਸਭ ਹੱਕ ਲੇਖਕ ਦੇ ਰਾਖਵੇਂ ਨੇ ਜਾਂ ਇਹ ਕ੍ਰਿਤ ਮੇਰੀ। ਹਰ ਥਾਂ ਤੇ ਗੁਰੂ ਨਾਨਕ ਦੀ ਮੋਹਰ ਲਾ ਦਿੱਤੀ ਹੈ। ਤੇ ਇਹ ਈਰਖਾ ਦਾ ਮਾਰਿਆ ਬਾਬਾ ਪਿਰਥੀਆ ਕੀ ਸੋਚਦਾ ਹੈ ਵੀ ਮੈਂ ਸਿੱਖ ਸੰਗਤਾਂ ਨੂੰ ਆਪਣਾ ਨਾਮ ਜਪਾਉਣਾ ਹੈ। ਜਬ ਲੋ ਦਿੱਲੀ ਜਾਏ ਕੈ ਗਹਿ ਲੇਤ ਨ ਤਾਹੀ। ਕਹਿਣ ਲੱਗਾ ਸੁਲਹੀ ਖਾਨ ਜਿੰਨੀ ਦੇਰ ਤੱਕ ਤੂੰ ਦਿੱਲੀ ਜਾ ਕੇ ਬਾਦਸ਼ਾਹ ਕੋਲ ਚੁਗਲੀ ਕਰਕੇ ਗੁਰੂ ਅਰਜਨ ਸਾਹਿਬ ਨੂੰ ਫੜਵਾ ਨਹੀਂ ਨਾ ਦਿੰਦਾ, ਤਬ ਲੋ ਮੇਰੋ ਸੁਖ ਕਹਾਂ ਚਿੰਤਾ ਦੁਖ ਮਾਹੀ। ਉਨੀ ਦੇਰ ਤੱਕ ਤੇ ਮੈਂ ਚਿੰਤਾ ਦੇ ਸਮੁੰਦਰ ਵਿੱਚ ਡੁੱਬਿਆ ਰਵਾਂਗਾ, ਮੈਨੂੰ ਅੰਦਰ ਦਾ ਸੁਖ ਨਹੀਂ ਮਿਲੇਗਾ। ਕੁਝ ਪ੍ਰਤਾਪ ਤੇ ਬਣ ਗਇਓ ਇਹ ਸੁੰਦਰ ਤਲ। ਆਏ ਵੀ ਤੇਰਾ ਹੀ ਪ੍ਰਤਾਪ ਹੈ, ਤੇਰੀ ਹੀ ਆਸੀਸ ਹੈ ਕਿ ਸੁੰਦਰ ਤਲਾਬ ਤੇ ਮੰਦਰ ਬਣ ਗਿਆ। ਇਹ ਤੂੰ ਹੀਰਾ ਪਿੰਡ ਜੋ ਮੈਨੂੰ ਦਾਨ ਵਿੱਚ ਦਿੱਤਾ ਸੀ। ਸਭ ਜਗ ਮਹਿ ਪਸਰਿਓ ਮਹਾ ਤੋ ਸੋ ਜਸ ਵਿਸਾਲ। ਹੁਣ ਹਰੇਕ ਬੰਦੇ ਦੀ ਮਨਸ਼ਾ ਤੇ ਇਹੀ ਨਾ ਵੀ ਮੇਰਾ ਕੋਈ ਜਸ ਕਰੇ, ਮੇਰੀ ਲੋਕ ਵਾਹ ਵਾਹ ਕਰਨ। ਉਹ ਬਾਬਾ ਪਿਰਥੀਆ ਵੀ ਸੁਲਹੀ ਖਾਨ ਦੀ ਕਮਜ਼ੋਰੀ ਨੂੰ ਜਾਣਦਾ ਹੈ ਤੇ ਸੁਲਹੀ ਖਾਨ ਪਿਰਥੀਏ ਦੀ ਕਮਜ਼ੋਰੀ ਨੂੰ ਜਾਣਦਾ ਹੈ। ਬਾਬਾ ਪਿਰਥੀਆ ਕਹਿਣ ਲੱਗਾ ਵੀ ਸੁਲਹੀ ਖਾਨ ਤੇਰਾ ਬੜਾ ਵੱਡਾ ਪ੍ਰਤਾਪ ਹੋ ਰਿਹਾ ਹੈ। ਮੈਨੂੰ ਸੰਗਤਾਂ ਆ ਕੇ ਦੱਸਦੀਆਂ ਨੇ ਇੰਨਾ ਪੈਸਾ ਕਿੱਥੋਂ ਲਾਇਆ, ਤੇ ਮੈਂ ਕਹਿ ਦੇਣਾ ਇਹ ਸੁਲਹੀ ਖਾਨ ਨੇ ਪਰਉਪਕਾਰ ਕੀਤਾ ਹੈ। ਇਹ ਸਰੋਵਰ, ਇਹ ਕੀਮਤੀ ਮੰਦਰ ਉਹਨੇ ਤਿਆਰ ਕਰਵਾਇਆ ਹੈ। ਦੂਰ ਦੂਰ ਕੀ ਸੰਗਤਾਂ ਆਵਹਿ ਦਰਸ਼ਨ ਤੇ। ਇਸ ਕਰਕੇ ਇਸ ਤਲਾਬ ਨੂੰ, ਇਸ ਮੰਦਰ ਨੂੰ ਵੇਖਣ ਵਾਸਤੇ ਦੂਰ ਦੂਰ ਤੋਂ ਸੰਗਤਾਂ ਆ ਰਹੀਆਂ ਹਨ। ਕੀਰਤ ਤੋਹੇ ਉਚਾਰਤੀ ਆਸੀਸ ਦਵੰਤੀ। ਸੁਲਹੀ ਖਾਨ ਲੋਕ ਬੜੀ ਤੇਰੀ ਕੀਰਤੀ ਪੈ ਕਰਦੇ ਨੇ, ਅਸੀਸਾਂ ਦਿੰਦੇ ਨੇ ਵੀ ਬੜਾ ਭਲੇ ਦਾ ਕੰਮ ਕੀਤਾ ਹੈ। ਆਏ ਗਏ ਰਾਹਗੀਰ ਨੂੰ ਪੀਣ ਵਾਸਤੇ ਸਾਫ਼ ਪਾਣੀ ਮਿਲ ਰਿਹਾ ਹੈ। ਵਧਿਓ ਪੁੰਨ ਤੇਰੋ ਮਹਾ ਗੁਰ ਕੇ ਘਰ ਮਾਹੀ। ਗੁਰੂ ਨਾਨਕ ਦੇ ਘਰ ਵਿੱਚ ਤੂੰ ਬੜਾ ਵੱਡਾ ਪੁੰਨ ਕੀਤਾ, ਇਸ ਕਰਕੇ ਤੇਰੇ ਬੜੇ ਭਾਗ ਚੰਗੇ ਹਨ। ਫਲਤ ਪਲਤ ਸੁਧਰੇ ਦੋ ਜਮ ਕੋ ਦੁਖ ਨਾਹੀ। ਤੈਨੂੰ ਕਦੇ ਜਮਾਂ ਦਾ ਦੁੱਖ ਨਹੀਂ ਸਹਿਣਾ ਪਏਗਾ, ਕਿਉਂਕਿ ਤੂੰ ਹਰਮੰਦਰ ਦੀ ਜੋ ਬਰਾਬਰੀ ਕਰ ਲਈ, ਉਹੋ ਜਿਹਾ ਸਰੋਵਰ ਬਣਾ ਕੇ ਮੈਨੂੰ ਦੇ ਦਿੱਤਾ, ਮੰਦਰ ਬਣਵਾ ਦਿੱਤਾ। ਇਸ ਕਰਕੇ ਤੇਰੇ ਲੋਕ ਤੇ ਪਰਲੋਕ ਦੋਵੇਂ ਸਵਾਰੇ ਗਏ ਹਨ। ਤੋ ਸਮਾਨ ਤੁਰਕਨ ਵਿਖੇ ਦੇਖਿਆ ਤ ਨਹਿ ਕੋਈ। ਹੋਰ ਤੁਰਕਾਂ ਦੇ ਵਿੱਚ ਮੈਨੂੰ ਤੇਰੇ ਵਰਗਾ ਕੋਈ ਪਰਉਪਕਾਰੀ ਨਜ਼ਰ ਨਹੀਂ ਆਉਂਦਾ। ਧਨ ਮਾਤ ਪਿਤ ਜਾਣਿਓ ਜਿਨ ਉਦਰੇ ਸੇ ਦੋਈ। ਅਖੀਰ ਕਰਾ ਦਿੱਤੀ ਬਾਬਾ ਪਿਰਥੀਆ ਕਹਿਣ ਲੱਗਾ ਸੱਚ ਦੱਸਾਂ ਤੂੰ ਕਿੱਡੇ ਭਾਗਾਂ ਵਾਲਾ ਹੈ। ਏਡਾ ਵੱਡਾ ਪਰਉਪਕਾਰ ਕਰ ਦਿੱਤਾ ਵੀ ਤੈਨੂੰ ਜਨਮ ਦੇਣ ਵਾਲੇ ਤੇਰੇ ਮਾਂ ਤੇ ਬਾਪ ਉਹ ਵੀ ਦੋਵੇਂ ਉਧਰ ਗਏ ਹਨ। ਨਿਜ ਤਾਰੀਫ ਸੁਲਹੀ ਸੁਣੀ ਫੂਲਤ ਚਿਤ ਮਾਹੀ। ਜਦੋਂ ਆਪਣੀ ਤਾਰੀਫ ਸੁਣੀ ਨਾ ਸੁਲਹੀ ਖਾਨ ਨੇ, ਹੰਕਾਰੀ ਤੇ ਹੈ ਹੀ ਸੀ, ਮੂਰਖ ਸੀ, ਸੁਣਦਿਆਂ ਸਾਰੀ ਭਾਈ ਸਾਹਿਬ ਕਹਿੰਦੇ ਫੁੱਲਿਆ ਨਹੀਂ ਸਮਾਇਆ। ਕਹਿਣ ਲੱਗਿਓ ਮੈਂ ਕਰਾਂਗੋ ਦਿੱਲੀ ਜਬ ਜਾਹੀ। ਕਹਿਣ ਲੱਗਾ ਧੀਰਜ ਰੱਖੋ ਬਾਬਾ ਜੀ, ਕੁਝ ਹੀ ਦਿਨਾਂ ਦੀ ਖੇਡ ਹੈ, ਮੈਂ ਦਿੱਲੀ ਜਾਵਾਂਗਾ, ਤੁਹਾਡਾ ਸਾਰਾ
ਝੰਜਟ ਹੀ ਖਤਮ ਕਰ ਦਿਆਂਗਾ। ਕੇਤਕ ਦਿਨ ਮਹਿ ਚਲਹਿਗੇ ਮਿਲ ਕਰ ਢਿਗ ਸ਼ਾਹੂ। ਤੁਸੀਂ ਹੌਸਲਾ ਰੱਖੋ, ਕੁਝ ਦਿਨਾਂ ਦੀ ਹੋਰ ਖੇਡ ਬਾਕੀ, ਅਸੀਂ ਦੋਵੇਂ ਤੁਹਾਨੂੰ ਨਾਲ ਹੀ ਲੈ ਕੇ ਚੱਲਾਂਗੇ। ਆਪਾਂ ਇਕੱਠੇ ਜਾ ਕੇ ਦਿੱਲੀ ਦਰਬਾਰ ਵਿੱਚ ਪੇਸ਼ ਹੋਵਾਂਗੇ। ਖੋਲ ਹੈ ਸਗਰੀ ਵਾਰਤਾ ਬਿਦਤ ਹੈ ਸਭ ਕਾਹੂ। ਔਰ ਇਹ ਕਈ ਸਾਲਾਂ ਦਾ ਤੁਸੀਂ ਦੁੱਖ ਹੰਢਾ ਰਹੇ ਹੋ, ਸਾਰੀ ਵਾਰਤਾ ਆਪਾਂ ਚੰਗੀ ਤਰ੍ਹਾਂ ਜਹਾਂਗੀਰ ਅੱਗੇ ਖੋਲ ਕੇ ਬਿਆਨ ਕਰਾਂਗੇ। ਗੁਰਤਾ ਤੁਝ ਕੋ ਦੇ ਹੈ ਬਹੁ ਕਰ ਵਡਿਆਈ। ਹਾਂ, ਜੋ ਮਰਜ਼ੀ ਹੋ ਜਾਏ, ਗੁਰਤਾ ਗੱਦੀ ਤੇ ਮੈਂ ਤੁਹਾਨੂੰ ਹੀ ਬਿਠਾ ਕੇ ਛੱਡਾਂਗਾ। ਤੁਹਾਡੀ ਵਡਿਆਈ ਸਾਰੇ ਜਹਾਨ ਵਿੱਚ ਪ੍ਰਗਟ ਹੋਵੇਗੀ। ਸ੍ਰੀ ਅਰਜਨ ਕੋ ਲਹਿ ਗਹਿ ਨਹਿ ਸਕਹਿ ਛੁਡਾਈ। ਇਹੋ ਜਿਹਾ ਕੇਸ ਪਾ ਕੇ ਗੁਰੂ ਅਰਜਨ ਸਾਹਿਬ ਨੂੰ ਜੇਲ੍ਹ ਵਿੱਚ ਡੱਕ ਦਿਆਂਗੇ ਕਿ ਸਿੱਖ ਸੰਗਤਾਂ ਛੁਡਾ ਨਹੀਂ ਸਕਣਗੀਆਂ। ਅਲ ਪਰ ਇਸ ਦੇਸ਼ ਕੋ ਧਨ ਸੰਚੋ ਸਾਰੋ। ਹਾਂ, ਸੁੱਖ ਨਾਲ ਇਸ ਦੇਸ਼ ਦੇ ਵਿੱਚ ਵਸਿਓ, ਸਾਰੇ ਜ਼ਿੰਦਗੀ ਦੇ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ। ਕਈ ਲੱਖ ਅਰਪਣ ਕਰਹਿ ਟਿਗ ਸ਼ਾਹ ਉਧਾਰੋ। ਹਾਂ, ਕਈ ਲੱਖ ਰੁਪਈਆ ਇਕੱਠਾ ਕਰਕੇ ਜਿਹੜਾ ਮੈਂ ਟੈਕਸ ਇਕੱਠਾ ਕਰ ਰਿਹਾ ਵਾਂ, ਜਦੋਂ ਮੈਂ ਜਾ ਕੇ ਜਹਾਂਗੀਰ ਦੇ ਅੱਗੇ ਰੱਖਾਂਗਾ। ਚਿੰਤਾ ਮੁਝ ਤੁਝ ਕਾਜ ਕੀ ਦਿਨ ਰਹਿ ਨ ਲਗੀ ਹੈ। ਹਾਂ, ਮੈਨੂੰ ਵੀ ਇਹੀ ਚਿੰਤਾ ਵੀ ਮੇਰਾ ਮਿੱਤਰ ਬਾਬਾ ਪਿਰਥੀਆ ਬੜਾ ਦੁਖੀ ਹੈ। ਬਾਦਸ਼ਾਹ ਦੇ ਕੋਲ ਚੱਲਾਂਗੇ, ਜਾ ਕੇ ਪੈਸਾ ਟਕਾ ਅੱਗੇ ਰੱਖਾਂਗੇ, ਉਹ ਵੀ ਦੇਖ ਕੇ ਖੁਸ਼ ਹੋ ਜਾਏਗਾ। ਜਬ ਲੋ ਕਰੋ ਨਾ ਜਾਏ ਕੇ ਬੁੱਧ ਮੋਰ ਦਗੀ ਹੈ। ਮੇਰਾ ਵੀ ਅੰਦਰ ਤੇਰੇ ਵਾਂਗੂ ਹੀ ਭੁੱਜਦਾ ਪਿਆ, ਸੜਦਾ ਪਿਆ। ਜਿੰਨਾ ਚਿਰ ਤੈਨੂੰ ਨਾ ਸੁਖੀ ਕਰਦਿਆਂ ਮੇਰਾ ਵੀ ਦੁੱਖ ਬਣਿਆ ਹੈ। ਇਸ ਪ੍ਰਕਾਰ ਬਹੁ ਬਾਰ ਹੀ ਮਿਲ ਕਰ ਕਹਿ ਦੋ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਕਹਿੰਦੇ ਬਾਰ-ਬਾਰ ਮਿਲਦੇ ਨੇ, ਇੱਕ ਦੂਸਰੇ ਦੇ ਡੇਰੇ ਚਲੇ ਜਾਂਦੇ ਨੇ ਤੇ ਇਹੋ ਹੀ ਮਨਸੂਬਾ ਘੜਦੇ ਨੇ ਕਿਵੇਂ ਗੁਰੂ ਰਾਮਦਾਸ ਦੇ ਸੁਪੁੱਤਰ ਗੁਰੂ ਅਰਜਨ ਸਾਹਿਬ ਜੀ ਨੂੰ ਜੇਲ੍ਹ ਵਿੱਚ ਕਿਵੇਂ ਬੰਦ ਕਰਨਾ ਹੈ, ਕਿਵੇਂ ਉਹਨਾਂ ਨੂੰ ਢਹਿੰਦੀਆਂ ਕਲਾ ਵਿੱਚ ਲੈ ਕੇ ਜਾਣਾ ਹੈ। ਸ੍ਰੀ ਅਰਜਨ ਕੀਰਤ ਸੁਨ ਹੈ ਦੁਖ ਪ੍ਰਾਪਤ ਸੋ। ਜਿਉਂ-ਜਿਉਂ ਕੀਰਤੀ ਸੁਣਦੇ ਨੇ ਪੰਚਮ ਗੁਰਦੇਵ ਦੀ, ਬੜਾ ਅੰਦਰ ਨੂੰ ਜਲਨ ਪੈਦਾ ਹੁੰਦੀ ਹੈ। ਦੋਹਰਾ ਇਸ ਪ੍ਰਕਾਰ ਸੋ ਦੁਸ਼ਟਤਾ ਦੋਨੋਂ ਚਿਤ ਚਿਤਵੰਤ। ਭਾਈ ਸਾਹਿਬ ਕਹਿੰਦੇ ਇਸੇ ਪ੍ਰਕਾਰ ਦੋਵੇਂ ਦੁਸ਼ਟ ਇਹੋ ਜੀ ਨੀਚ ਸੋਚਣੀ ਸੋਚ ਰਹੇ ਹਨ। ਸ੍ਰੀ ਅਰਜਨ ਆਪਣੇ ਹਿਰਦੈ ਸਰਲ ਸੁਭਾਵ ਵਰਤੰਤ। ਦੂਜੇ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਦੀਦਾਰ ਕਰੋ, ਕਹਿਣ ਲੱਗੇ ਬਿਲਕੁਲ ਸਰਲ ਜਿਹਾ ਸੁਭਾਅ ਹੈ, ਕੋਈ ਹਿਰਦੇ ਦੇ ਵਿੱਚ ਕਪਟ ਨਹੀਂ, ਕੋਈ ਛਲ ਨਹੀਂ, ਕੋਈ ਈਰਖਾ ਨਹੀਂ, ਕੋਈ ਦਵੈਸ਼ ਨਹੀਂ, ਕੋਈ ਦੁਬਦਾ ਨਹੀਂ, ਜੋ ਹਮੇਸ਼ਾ ਹੀ ਸਰਬੱਤ ਦਾ ਹੀ ਭਲਾ ਲੋਚਦੇ ਹਨ। ਨਿਸ਼ਾਨੀ ਛੰਦ ਹਮਰੇ ਪਿਤ ਕੋ ਪੁੱਤਰ ਹੈ ਪੁਨ ਬੈਸ ਵਿਸਾਲਾ। ਕਿੰਨਾ ਕੁ ਸਰਲ ਸੁਭਾਅ ਹੈ। ਕੀ ਸੋਚਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਬਾਬੇ ਪਿਰਥੀਏ ਬਾਰੇ? ਕਹਿਣ ਲੱਗੇ ਮੇਰੇ ਪਿਤਾ ਦੇ ਪੁੱਤਰ ਨੇ, ਉਮਰ ਕਰਕੇ ਵੀ ਮੇਰੇ ਨਾਲੋਂ ਵੱਡੇ ਨੇ, ਸਤਿਕਾਰਯੋਗ ਨੇ, ਘਰ ਦੇ ਮੁਖੀ ਹਨ। ਨਿਕਸਿਓ ਪੁਰ ਤੇ ਉਜਰ ਕਹਿ ਤਜ ਗਇਓ ਦੁਖਾਲਾ। ਮਹਾਰਾਜ ਖੁਦ ਸੰਗਤਾਂ ਵਿੱਚ ਬੈਠ ਕੇ ਕਈ ਵਾਰ ਇਸ ਤਰ੍ਹਾਂ ਵਿਚਾਰ ਕਰਦੇ ਨੇ, ਚੰਗਾ ਨਹੀਂ ਹੋਇਆ ਮੇਰੇ ਵੱਡੇ ਭਰਾਤਾ ਨੇ ਮੈਨੂੰ ਛੱਡ ਕੇ ਚਲੇ ਗਏ ਨੇ, ਤੇ ਦੁਖੀ ਹੋ ਕੇ ਗਏ ਹਨ। ਅਪਜਸ ਵਿਖ ਕੇ ਦੈਨ ਕੋ ਸੁਣ ਸਹਿ ਨਾ ਸਕਿਓ ਹੈ। ਇੱਕ ਤਾਂ ਉਹਨਾਂ ਦਾ ਅਪਜਸ ਬੜਾ ਹੋਇਆ ਕਿਉਂਕਿ ਕਰਮ ਹੀ ਇਹੋ ਜਿਹਾ ਕਰ ਲਿਆ। ਇੰਨੇ ਵਰ੍ਹਿਆਂ ਦੇ ਬਾਅਦ ਮੇਰੇ ਘਰ ਗੁਰੂ ਨਾਨਕ ਨੇ ਪੁੱਤਰ ਦੀ ਦਾਤ ਬਖਸ਼ੀ। ਇਸ ਨਿਮਾਣੀ ਦੀ ਜਿੰਦ ਨੂੰ ਜ਼ਹਿਰ ਦੇਣ ਲੱਗੇ ਸਨ। ਲੋਕਾਂ ਨੂੰ ਪਤਾ ਲੱਗਿਆ, ਬੜਾ ਅਪਜਸ ਹੋਇਆ, ਨਿੰਦਿਆ ਹੋਈ ਚਾਰ ਚੁਫੇਰਿਓਂ। ਉਸੇ ਅਪਜਸ ਦੇ ਕਰਕੇ ਕਹਿਣ ਲੱਗੇ ਹੁਣ ਸ਼ਰਮ ਦੇ ਮਾਰੇ ਅੰਮ੍ਰਿਤ ਸਾਰੀ ਛੱਡ ਦਿੱਤਾ ਹੈ। ਅਪਰ ਭਾਵਨਾ ਕੁਛ ਬਨਿਓ ਉੱਠ ਜਾਣ ਤੱਕਿਓ ਹੈ। ਬੜਾ ਜ਼ੋਰ ਕੀਤਾ ਗੁਰਤਾ ਗੱਦੀ ਤੇ ਕਾਬਜ ਹੋਣ ਵਾਸਤੇ, ਹੋਰ ਤੇ ਕੋਈ ਵਸ ਨਹੀਂ ਚੱਲਿਆ, ਸਗੋਂ ਤੋਂ ਲਾਹਣਤਾਂ ਪਈਆਂ ਨੇ। ਇਹਨਾਂ ਸਭ ਤੋਂ ਛੁਟਕਾਰਾ ਪਾਉਣ ਵਾਸਤੇ ਮਹਾਰਾਜ ਕਹਿੰਦੇ ਮੇਰਾ ਵੱਡਾ ਭਰਾ ਹੈ, ਮੇਰੇ ਪਿਤਾ ਦਾ ਪੁੱਤਰ ਹੈ, ਪਰ ਛੱਡ ਕੇ ਚਲਾ ਗਿਆ ਹੈ। ਹਮਰੋ ਰੱਖ ਏਕ ਨਿਤ ਸ਼੍ਰੀ ਪ੍ਰਭ ਕਰਤਾਰ। ਕਹਿ ਲਗੇ ਸਾਡੇ ਤੇ ਤਾਂ ਗੁਰੂ ਨਾਨਕ ਦਾ ਮਿਹਰ ਭਰਿਆ ਹੱਥ ਸੀ। ਮੇਰੇ ਪੁੱਤਰ ਤੇ ਬਾਰ-ਬਾਰ ਹੱਲਾ ਕੀਤਾ ਗਿਆ, ਪਰ ਹਰ ਵਾਰ ਉਸ ਅਕਾਲ ਪੁਰਖ ਨੇ ਬਚਾਇਆ ਹੈ। ਗੁਰੂ ਕੌਣ ਕਰ ਸਕੇ ਹੈ ਹੋਏ ਬੰਕ ਨਾ ਬਾਰ। ਜਿਹਦੇ ਉੱਤੇ ਗੁਰੂ ਦਾ ਡਾਢਾ ਹੱਥ ਹੋ ਜਾਏ ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਅਬ ਹਕਾਰ ਕਰ ਤਿਸੀ ਕਹੋ ਪੁਰ ਬਿਖੈ ਬਸਾਵੇਂ। ਮਹਾਰਾਜ ਕਹਿੰਦੇ ਮੇਰੇ ਮਨ ਦੀ ਇੱਛਾ ਹੈ ਮੈਂ ਕਿਸੇ ਸਿੱਖ ਨੂੰ ਭੇਜਾਂ, ਬਾਬੇ ਪਿਰਥੀਏ ਨੂੰ ਮਨਾ ਕੇ ਜਿਵੇਂ ਕਿਵੇਂ ਵੀ ਹੋ ਸਕਦਾ ਦੁਬਾਰਾ ਆਪਾਂ ਵਾਪਸ ਆਪਣੇ ਘਰ ਲੈ ਆਈਏ। ਦੇਹ ਵਡਾਈ ਤਾਹੇ ਬਹੁ ਕਹਿ ਜਸ ਹਰ ਖਾਵੇਂ। ਕਹਿਣ ਲੱਗੇ ਬਸ ਇਹੀ ਮਹਿਮਾ ਵਾਲੀ ਗੱਲ ਹੈ, ਅਸੀਂ ਘਰ ਵਿੱਚ ਕਲੇਸ਼ ਨਹੀਂ ਚਾਹੁੰਦੇ,
ਅਸੀਂ ਤਾਂ ਚਾਹੁੰਦੇ ਉਹਦੀ ਜਗਤ ਦੇ ਵਿੱਚ ਵਡਿਆਈ ਹੋਵੇ, ਜਿਵੇਂ ਸੰਗਤਾਂ ਸੇਵਾ ਕਰਦੀਆਂ ਨੇ ਉਹ ਮੁਖੀ ਬਣ ਕੇ ਸੇਵਾ ਕਰੀ ਜਾਵੇ। ਜੇ ਸੇਵਾਦਾਰ ਨਹੀਂ ਬਣ ਸਕਦਾ ਚਲੋ ਪ੍ਰਧਾਨ ਬਣ ਜਾਏ, ਪਰ ਸੇਵਾ ਤੇ ਪਿਆਰ ਦੇ ਨਾਲ ਕਰੇ। ਧੋਖਾ ਕਿਉਂ ਕਰਦਾ ਹੈ? ਈਰਖਾ ਦੇ ਨਾਲ ਸੜੀ ਜਾਣਾ ਇਹ ਕੋਈ ਠੀਕ ਗੱਲ ਨਹੀਂ। ਉਜਰਿਓ ਵਹਿਰ ਜੋ ਫਿਰਤ ਹੈ ਹਮਰੀ ਭੇ ਨਿੰਦਾ। ਮਹਾਰਾਜ ਕਹਿੰਦੇ ਉਜੜਿਆ ਪਿਆ ਘਰ-ਬਾਰ ਕੋਈ ਨਹੀਂ, ਦਾਨ ਦੇ ਵਿੱਚ ਪਿੰਡ ਮੰਗ ਕੇ ਦਿਨ ਬਤੀਤ ਕਰਦਾ ਕੋਈ ਸ਼ੋਭਾ ਵਾਲੀ ਗੱਲ ਥੋੜੀ ਏ। ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਕੋਈ 2-4 ਦਿਨ ਰੋਟੀ ਦੇ ਸਕਦਾ ਹੈ, ਅਖੀਰਨ ਕਦੇ ਤਾਂ ਰਿਸ਼ਤੇ ਵਿੱਚ ਤਰੇੜ ਆਏਗੀ, ਫਿਰ ਮਿਹਣਾ ਵੱਜੇਗਾ ਵੀ ਅਸੀਂ ਬਿਠਾਇਆ ਸੀ ਤੈਨੂੰ, ਜਦੋਂ ਕੋਈ ਨਹੀਂ ਸੀ ਪੁੱਛਦਾ ਉਦੋਂ ਮੈਂ ਹੀ ਸਹਾਰਾ ਦਿੱਤਾ ਸੀ। ਫਰੀਦ ਸਾਹਿਬ ਕਹਿੰਦੇ ਮੇਰੇ ਮਾਲਕ ਮੇਰੇ ਤੇ ਇੱਕ ਕਿਰਪਾ ਕਰੀ, ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਦੁੱਖ ਤੇ ਭੁੱਖ ਦੇ ਦੇ, ਪਰ ਮੈਨੂੰ ਪਰਾਏ ਦਰ ਤੇ ਬੈਠਣ ਵਾਸਤੇ ਮਜਬੂਰ ਨਾ ਕਰੀ। ਮੈਂ ਕਿਸੇ ਦੇ ਦਰ ਤੇ ਨਹੀਂ ਬੈਠਣਾ ਚਾਹੁੰਦਾ। ਸਿੱਖ ਪਤਾ ਨਹੀਂ ਕਿੱਡਾ ਕਠੋਰ ਦਿਲ ਹੋ ਗਿਆ, ਆਪਣੇ ਗੁਰੂ ਨੂੰ ਛੱਡ ਕੇ ਹੋਰ ਹੀ ਮਸੀਤਾਂ ਤੇ ਨੱਕ ਰਗੜਦਾ ਫਿਰਦਾ ਹੈ, ਕਦੀ ਕਿਸੇ ਦੇ ਦੁਆਰੇ ਤੇ ਕਦੀ ਕਿਸੇ ਦੇ ਦੁਆਰੇ ਤੇ। ਜਿਹਦੇ ਬਾਣੀ ਦੇ ਸ਼ਬਦ ਇਹ ਕਹਿ ਰਹੇ ਨੇ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸ਼ਰੀਰੋਂ ਲੈ, ਜਿੰਦ ਕੱਢ ਲਈ ਮੇਰੇ ਅੰਦਰੋਂ, ਇਸ ਤੋਂ ਪਹਿਲਾਂ ਕਿ ਮੈਂ ਕਿਸੇ ਦੇ ਅੱਗੇ ਜਾ ਕੇ ਨੱਕ ਰਗੜਾਂ। ਇੰਨਾ ਭਰੋਸਾ ਹੋਣਾ ਚਾਹੀਦਾ ਆਪਣੇ ਗੁਰੂ ਦੇ ਅੱਗੇ। ਫਿਰ ਕੀ ਦੁੱਖ ਤਕਲੀਫਾਂ ਜ਼ਿੰਦਗੀ ਦਾ ਹਿੱਸਾ ਨੇ, ਸਭ ਤੇ ਆਉਂਦੀਆਂ ਨੇ, ਆਉਣੀਆਂ ਵੀ ਨੇ, ਕਿਉਂਕਿ ਸੁੱਖ ਦੁੱਖ ਇੱਕੇ ਸਿੱਕੇ ਦੇ ਦੋ ਪਾਸੇ ਨੇ। ਸੁੱਖ ਖਰੀਦ ਕੇ ਲਿਆਓ, ਦੁੱਖ ਆਪਣੇ ਆਪ ਨਾਲ ਆ ਜਾਂਦਾ ਹੈ। ਤੇ ਹਜੂਰ ਨੇ ਤਾਂ ਏਡਾ ਵਡਿਆਇਆ ਹੈ, ਕੇਤਿਆਂ ਦੁੱਖ ਭੂਖ ਸਦ ਮਾਰ। ਅਸੀਂ ਇਹ ਤਾਂ ਗੱਡੀ ਲੈ ਕੇ ਪਿੱਛੇ ਲਿਖਾ ਲੈਂਦੇ ਇਹ ਭੇ ਦਾਤ ਤੇਰੀ ਦਾ ਤਾਰ। ਮਹਾਰਾਜ ਨੇ ਗੱਡੀ ਨੂੰ ਦਾਤ ਨਹੀਂ ਕਿਹਾ, ਕੇਤਿਆਂ ਦੁੱਖ ਭੂਖ ਸਦ ਮਾਰ। ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਇਹਨੂੰ ਦਾਤ ਕਿਹਾ ਹੈ। ਅਸੀਂ ਲਾਹੇ ਦੀ ਚੀਜ਼ ਨੂੰ ਦਾਤ ਕਹਿੰਦੇ ਆ, ਤੇ ਮਹਾਰਾਜ ਨੇ ਦੁੱਖ ਨੂੰ ਦਾਰੂ ਕਿਹਾ ਹੈ। ਸੋ ਇਸ ਕਰਕੇ ਥੋੜਾ ਬਹੁਤਾ ਦੁੱਖ ਆ ਜਾਏ ਏਡੀ ਛੇਤੀ ਘਬਰਾ ਨਹੀਂ ਜਾਣਾ ਚਾਹੀਦਾ। ਸਿੱਖ ਦਾ ਅਸਲਾ ਤੇ ਬੜਾ ਉੱਚਾ ਹੈ, ਬੜਾ ਜੀਵਨ ਉੱਚਾ ਹੈ, ਪਿੰਡੇ ਤੇ ਹੰਢਾ ਲੈਣਾ ਚਾਹੀਦਾ ਹੈ। ਕਹਿੰਦੇ ਸਨ ਮਹਾਂਪੁਰਖ ਜਿਨ੍ਹਾਂ ਕੋਲੋਂ ਵਿਦਿਆ ਲੈ, ਕਹਿੰਦੇ ਛੋਟੀ ਛੋਟੀ ਗੱਲ ਤੇ ਨਹੀਂ ਰੋ ਪਈਦਾ ਹੁੰਦਾ, ਥੋੜਾ ਜਿਹਾ ਮਾਦਾ ਰੱਖਣਾ ਚਾਹੀਦਾ ਸਹਾਰਨ ਦਾ ਵੀ। ਐਵੇਂ ਛੋਟੀ ਛੋਟੀ ਗੱਲ ਤੋਂ ਗੁਰੂ ਅੱਗੇ ਜਾ ਕੇ ਨੱਕ ਰਗੜੀ ਜਾਂਦੇ, ਮਹਾਰਾਜ ਏਡਾ ਦੁੱਖ ਆ ਗਿਆ, ਸਹਾਰਨ ਦਾ ਮਾਦਾ ਰੱਖੋ। ਦੇਖੋ ਤੁਹਾਡੇ ਵਡੇਰੇ ਚਰਖੜੀਆਂ ਤੇ ਚੜ ਗਏ, ਬੰਦ ਕਟਾਏ ਹੋਏ ਨੇ ਉਹਨਾਂ ਤੇ, ਤੁਸੀਂ ਛੋਟੀ ਜੀ ਗੱਲ ਤੋਂ ਦਲਗੀਰ ਹੋ ਜਾਂਦੇ ਹੋ। ਨਹੀਂ ਭਰਾਤ ਕੋ ਪਿਖ ਸਕੈ ਕਾਢਿਓ ਨਰ ਚਿੰਦਾ। ਸਤਿਗੁਰੂ ਕਹਿਣ ਲੱਗੇ ਲੋਕ ਨਿੰਦਿਆ ਪੈ ਕਰਦੇ ਨੇ, ਉਹਨਾਂ ਨੂੰ ਅਸਲੀਅਤ ਦਾ ਪਤਾ ਨਹੀਂ। ਦੁਨੀਆ ਇਸ ਤਰ੍ਹਾਂ ਕਹਿ ਰਹੀ ਹੈ ਵੀ ਸ਼ਾਇਦ ਆਪਣੇ ਵੱਡੇ ਭਰਾ ਨੂੰ ਜਰ ਨਹੀਂ ਸਕੇ ਗੁਰੂ ਅਰਜਨ ਦੇਵ, ਇਸ ਕਰਕੇ ਪੈਸੇ ਦੀ ਖਾਤਰ ਘਰੋਂ ਬਾਹਰ ਕੱਢ ਦਿੱਤਾ ਹੈ। ਗੁਰਤਾ ਦੀਨੀ ਪਿਤਾ ਨੇ ਨਗਰੀ ਇਨ ਸ਼ੀਨੀ। ਕਹਿਣ ਲੱਗੇ ਗੁਰਤਾ ਗੱਦੀ ਤੇ ਪਹਿਲੇ ਗੁਰੂ ਰਾਮਦਾਸ ਨੇ ਇਹਨਾਂ ਨੂੰ ਦੇ ਦਿੱਤੀ ਸੀ, ਔਰ ਉਸ ਤਰ੍ਹਾਂ ਆਪਣੇ ਭਰਾ ਨਾਲ ਵਿਰੋਧ ਕਰਕੇ ਉਹਨੂੰ ਘਰੋਂ ਕੱਢ ਦਿੱਤਾ ਹੈ, ਤੇ ਅੰਮ੍ਰਿਤਸਰ ਦਾ ਇਲਾਕਾ ਵੀ ਆਪ ਮੱਲ ਕੇ ਬੈਠ ਗਏ ਹਨ। ਦੇਖ ਸਕਹਿ ਨਹਿ ਨਿਕਟ ਪੀ ਕੱਢ ਬਾਧਾ ਕੀਨੀ। ਆਪਣੇ ਕੋਲ ਵਸਦਾ ਵੀ ਨਹੀਂ ਦੇਖ ਸਕੇ। ਇਹ ਵਿਰੋਧੀਆਂ ਦੀ ਚਾਲ ਹੁੰਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਨਿਸ਼ਾਨਾ ਬਣਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਤਿਰਸਕਾਰਿਓ ਬੜ ਭਰਾਤ ਕੋ ਕੀਨ ਨਾ ਸਨਮਾਨ। ਕਹਿਣ ਲੱਗੇ ਕੋਈ ਸਨਮਾਨ ਹੀ ਨਹੀਂ ਕਰਦੇ, ਵੱਡੇ ਭਰਾਤਾ ਨੇ ਆਖਰ ਇਹਨਾਂ ਦੇ। ਤਿਰਸਕਾਰ ਕਰਕੇ, ਤ੍ਰਿਕਾਰ ਕਰਕੇ, ਬੇਇੱਜ਼ਤ ਕਰਕੇ ਅੰਮ੍ਰਿਤਸਰੋਂ ਕੱਢ ਦਿੱਤਾ ਹੈ। ਧਨ ਕੇ ਲੋਭੀ ਗੁਰ ਭਏ ਇਸ ਬਿਦ ਤੇ ਜਨ। ਇਸ ਤਰ੍ਹਾਂ ਲੋਕ ਜਾਣਦੇ ਨੇ ਵੀ ਸ਼ਾਇਦ ਇਹ ਸਾਰਾ ਕੁਝ ਪੈਸੇ ਦੀ ਖਾਤਰ ਹੋ ਰਿਹਾ ਹੈ, ਕਿਉਂਕਿ ਗੁਰਤਾ ਗੱਦੀ, ਗੁਰੂ ਦੇ ਸਿੱਖ, ਗੁਰੂ ਦੇ ਮਸੰਦ ਬਾਹਰ ਦੇ ਇਲਾਕਿਆਂ ਵਿੱਚ, ਦੂਰ ਦਰਾਂਡਿਆਂ ਵਿੱਚ ਸਿੱਖੀ ਦਾ ਪ੍ਰਚਾਰ ਸੀ ਉਹਨਾਂ ਸਮਿਆਂ ਦੇ ਵਿੱਚ। ਤੇ ਲੋਕ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਭਟਾਵਾਂ ਲੈ ਕੇ, ਤੇ ਧਨ ਦਾ ਚੜਾਵਾ ਦੇਖ ਕੇ ਆਪਸ ਵਿੱਚ ਈਰਖਾ ਪੈਦਾ ਹੋ ਜਾਏ, ਐਸਾ ਲੋਕ ਸੋਚਦੇ ਹਨ। ਇਤਿਆਦਿਕ ਨਰ ਭੰਤ ਹੈ ਸ੍ਰੀ ਗੁਰੂ ਵਿਚਾਰੀ। ਮਹਾਰਾਜ ਵਿਚਾਰ ਕਰਦੇ ਨੇ ਆਪਣੇ ਸਿੱਖਾਂ ਦੇ ਕੋਲ ਬੈਠ ਕੇ ਵੀ ਦੁਨੀਆ ਦੇ ਵਿਚਾਰ ਤਾਂ ਇਸ ਤਰ੍ਹਾਂ ਦੇ ਨੇ ਵੀ ਸ਼ਾਇਦ ਬਾਬੇ ਪੀਰਤੀ ਤੇ ਗੁਰੂ ਅਰਜਨ ਸਾਹਿਬ ਵਿੱਚ ਧਨ ਦੇ ਕਰਕੇ ਕੋਈ ਦਰਾੜ ਆ ਗਈ ਹੈ। ਭੱਲੇ ਬੇਦੀ ਤ੍ਰਿਹਣ ਕੁਲ ਇਮ ਕਰਤੋ ਚਾਰੀ। ਔਰ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਬੇਦੀਆਂ ਦੀ ਕੁਲ, ਔਰ ਤੇਹਣ ਭੱਲੇ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ,
ਉਹਨਾਂ ਦੀ ਕੁੱਲ ਵਾਲੇ ਵੀ ਸ਼ਾਇਦ ਸਤਿਕਾਰਯੋਗ ਇਹੀ ਸੋਚ ਰਹੇ ਹਨ। ਹਮਪੁਰ ਅਵਗੁਣ ਧਰਤ ਹੈ ਨਹਿ ਭੇਵ ਲਖੰਤੇ। ਮਹਾਰਾਜ ਕਹਿੰਦੇ ਦੁਨੀਆ ਅਸਲੀਅਤ ਨਹੀਂ ਜਾਣਦੀ, ਲੋਕ ਅਜੇ ਵੀ ਲੱਗਦਾ ਸਾਡੇ ਉੱਪਰ ਸ਼ੱਕ ਕਰਦੇ ਹਨ। ਜਾਂ ਤੇ ਲਿਆਵਣ ਉਚਿਤ ਹੈ ਅਪ ਜਸ ਹੈ ਮਟੰਤੇ। ਮਹਾਰਾਜ ਕਹਿੰਦੇ ਇਸ ਅਪ ਜਸ ਇਸ ਨਿੰਦਿਆ ਨੂੰ ਮਿਟਾਉਣ ਦਾ ਇੱਕੋ ਇੱਕ ਵਸੀਲਾ ਹੈ ਕਿ ਸਿੱਖ ਕਿਵੇਂ ਵੀ ਹੋਵੇ ਬਾਬੇ ਪਿਰਥੀਏ ਨੂੰ ਮਨਾ ਕੇ ਵਾਪਸ ਅੰਮ੍ਰਿਤਸਰ ਲੈ ਆਵਣ। ਦਇਆ ਸਿੰਧ ਪੁਨ ਦਇਆ ਮਹਿ ਇਸ ਰੀਤ ਵਿਚਾਰੇ। ਭਾਈ ਸਾਹਿਬ ਕਹਿੰਦੇ ਉਹ ਤਾਂ ਬਾਬਾ ਪਿਰਥੀਆ ਈਰਖਾ ਵਿੱਚ ਸੜਦਾ ਹੈ, ਇੱਧਰ ਦਇਆ ਦੇ ਸਿੰਧ, ਦਇਆ ਦੇ ਖਜ਼ਾਨੇ, ਦਇਆ ਦੇ ਦਰਿਆ ਗੁਰੂ ਅਰਜਨ ਦੇਵ ਮਹਾਰਾਜ ਦੇਖੋ ਕਿੱਡੀ ਉੱਚੀ ਸੋਚਣੀ ਸੋਚਦੇ ਹਨ ਕਿ ਬਾਬਾ ਪਿਰਥੀਆ ਵਾਪਸ ਆ ਜਾਣ। ਗਹਿਰ ਫਿਰਤ ਦੁਖ ਪਾਏ ਹੈ ਜੁਤ ਸਭ ਪਰਵਾਰ। ਕਹਿੰਦੇ ਸ਼ੋਭਾ ਨਹੀਂ ਪਾਉਂਦਾ ਸਾਡਾ ਵੱਡਾ ਭਰਾ ਹੋਵੇ ਤੇ ਪਰਿਵਾਰ ਸਮੇਤ ਦਰ ਦਰ ਤੇ ਭਟਕਦਾ ਫਿਰੇ ਬਿਰ ਆਸਰਾ ਹੋ ਕੇ। ਬਹੁਰ ਵਿਚਾਰਤ ਗੁਰੂ ਜੀ ਤੁਰ ਕਨ ਢਿਗ ਜਨ। ਮਹਾਰਾਜ ਫਿਰ ਵਿਚਾਰ ਕਰਦੇ ਨੇ, ਕਹਿੰਦੇ ਕੋਈ ਸ਼ੋਭਾ ਥੋੜੀ ਦਿੰਦਾ ਜਿਹੜੇ ਤੁਰਕ ਆ ਕੇ ਸਾਡੇ ਦਰ ਤੇ ਨਹੀਂ ਆਉਂਦੇ ਰਹੇ, ਜਿਨ੍ਹਾਂ ਨੇ ਆ ਕੇ ਨਮਸਕਾਰਾਂ ਕੀਤੀਆਂ, ਦਾਤਾਂ ਪ੍ਰਾਪਤ ਕੀਤੀਆਂ, ਅੱਜ ਇਹ ਸਾਡਾ ਹੀ ਵੱਡਾ ਭਰਾ ਸ਼ਰੀਕ ਬਣ ਕੇ ਉਹਨਾਂ ਹੀ ਤੁਰਕਾਂ ਦੇ ਦਰ ਤੇ ਜਾ ਕੇ ਫਰਿਆਦੀ ਬਣਿਆ ਹੈ। ਕਰਹਿ ਪੁਕਾਰ ਸੋ ਨਿਆਉ ਹਿਤ ਭਾ ਕਸ਼ਟ ਮਹਾਨ। ਬੜਾ ਵੱਡਾ ਕਸ਼ਟ ਪਾਈ ਬੈਠਾ, ਈਰਖਾ ਵਿੱਚ ਸੜਦਾ ਹੈ ਤੇ ਨਿਆਂ ਮੰਗਣ ਦੀ ਖਾਤਰ ਦਰ ਦਰ ਤੇ ਭਟਕ ਰਿਹਾ ਹੈ। ਹਮ ਲਗ ਆਵਹਿਗੇ ਦੁਸ਼ਟ ਇਹ ਬਾਤ ਨ ਨੀਕੀ। ਮਹਾਰਾਜ ਕਹਿੰਦੇ ਹੋ ਸਕਦਾ ਹੈ ਇਹ ਦਿੱਲੀ ਦਰਬਾਰ ਤੱਕ ਪਹੁੰਚ ਕਰੇ, ਉਥੋਂ ਦੁਸ਼ਟ ਚੜ ਕੇ ਆਉਣਗੇ। ਉਹ ਤਾਂ ਪਹਿਲਾਂ ਹੀ ਚਾਹੁੰਦੇ ਨੇ ਗੁਰੂ ਘਰ ਨੂੰ ਖੇਰੂ ਖੇਰੂ ਕਰਨਾ, ਕਿਉਂਕਿ ਪ੍ਰਤਾਪ ਵੱਧ ਰਿਹਾ ਹੈ। ਜਹਾਂਗੀਰ ਆਪਣੀ ਜੀਵਨੀ ਵਿੱਚ ਲਿਖਦਾ, ਮੈਂ ਚਾਹੁੰਦਾ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ, ਇਸ ਤੱਤ ਦੇ ਪ੍ਰਚਾਰ ਨੂੰ ਬੰਦ ਕਰਨਾ ਲੋਚਦਾ ਹੈ, ਕਿਉਂਕਿ ਧੜਾ ਧੜ ਹਿੰਦੂ ਔਰ ਮੁਸਲਮਾਨ ਗੁਰੂ ਨਾਨਕ ਦੇ ਕਲਾਵੇ ਵਿੱਚ ਆ ਰਹੇ ਨੇ, ਸਿੱਖ ਬਣ ਰਹੇ ਨੇ। ਉਹ ਈਰਖਾ ਦੇ ਮਾਰੇ ਚੜ ਕੇ ਆਉਣਗੇ, ਆ ਕੇ ਗੁਰੂ ਘਰ ਦਾ ਨੁਕਸਾਨ ਕਰਨਗੇ। ਮਹਾਰਾਜ ਕਹਿੰਦੇ ਸਾਡੇ ਮਨ ਨੂੰ ਚੰਗਾ ਨਹੀਂ ਲੱਗਦਾ। ਬਿਦਤ ਹੈ ਬੜੋ ਵਿਰੋਧ ਤਬ ਹੋਏ ਕੀਰਤ ਫੀਕੀ। ਬੜੀ ਕੀਰਤੀ ਫਿੱਕੀ ਪੈ ਜਾਏਗੀ ਗੁਰੂ ਨਾਨਕ ਦੇ ਦਰ ਦੀ। ਜਿਨਨੇ ਹਿੰਦੂ ਤੇ ਮੁਸਲਮਾਨ ਦੀਆਂ ਜੱਫੀਆਂ ਪਵਾ ਦਿੱਤੀਆਂ, ਅੱਜ ਉਹਦੇ ਘਰ ਦੇ ਵਿੱਚ ਦੋਵਾਂ ਭਰਾਵਾਂ ਦਾ ਆਪਸ ਵਿੱਚ ਵਿਰੋਧ ਹੋਏਗਾ, ਝਗੜਾ ਹੋਏਗਾ, ਖੂਨ ਡੁੱਲੇਗਾ, ਦਿੱਲੀ ਤੋਂ ਫੌਜ ਚੜ ਕੇ ਆਏਗੀ। ਮਹਾਰਾਜ ਕਹਿੰਦੇ ਇਸ ਸ਼੍ਰੇਸ਼ਟ ਦਰ ਦੀ ਮਹਿਮਾ ਫਿੱਕੀ ਪੈ ਜਾਏਗੀ, ਦਾਗ ਧੋਤਾ ਨਹੀਂ ਜਾ ਸਕੇਗਾ। ਇਤਿਹਾਸ ਵਿੱਚ ਲਿਖਿਆ ਜਾਏਗਾ ਵੀ ਆਪਸ ਵਿੱਚ ਦੋਵਾਂ ਭਰਾਵਾਂ ਕਰਕੇ ਗੁਰੂ ਨਾਨਕ ਦੀ ਗੱਦੀ ਵਿੱਚ ਝਗੜਾ ਪੈਦਾ ਹੋ ਗਿਆ। ਅਸੀਂ ਨਹੀਂ ਚਾਹੁੰਦੇ ਗੱਲ ਲੋਕਾਂ ਦੇ ਵਿੱਚ ਫੈਲੇ, ਇਸ ਕਰਕੇ ਸਿੱਖਾਂ ਨੂੰ ਕਹਿੰਦੇ ਜਿਵੇਂ ਵੀ ਹੋ ਸਕਦਾ ਨਿਮਰਤਾ ਦੇ ਨਾਲ ਜਾਓ, ਬਾਬੇ ਪਿਰਥੀਏ ਨੂੰ ਮਨਾ ਕੇ ਵਾਪਸ ਲੈ ਆਓ। ਇਤਨੇ ਕਾਰਨ ਹਿਰਦੇ ਮਹਿ ਸ੍ਰੀ ਗੁਰੂ ਵਿਚਾਰੇ। ਕਹਿੰਦੇ ਏਡੇ ਏਡੇ ਕਾਰਨ ਵੇਖੋ ਗੁਰੂ ਅਰਜਨ ਸਾਹਿਬ ਆਪਣੇ ਅੰਦਰ ਵਿਚਾਰਦੇ ਨੇ ਵੀ ਇਸ ਗੱਦੀ ਦੀ ਮਹਿਮਾ ਨਾ ਨੀਵੀਂ ਹੋ ਜਾਵੇ। ਨਿਹਚੈ ਕੀਨ ਸੇ ਮਤੋ ਅਬ ਤਿਸੈ ਹਕਾਰੇ। ਕਹਿਣ ਲੱਗੇ ਨਿਸ਼ਚਾ ਕੀਤਾ ਆਪਣੇ ਮਨ ਦੇ ਅੰਦਰ ਵੀ ਜਿਵੇਂ ਵੀ ਹੋ ਸਕਦਾ ਬਾਬਾ ਜੀ ਨੂੰ ਵਾਪਸ ਲੈ ਆਓ। ਨਿਕਟ ਬੁਲਾਵਨ ਕੀਨ ਤਬ ਭਾਈ ਗੁਰਦਾਸ। ਉਸ ਸਮੇਂ ਜਿਹੜੇ ਸਭ ਤੋਂ ਸਿਆਣੇ ਪੁਰਸ਼ ਸਨ ਭਾਈ ਗੁਰਦਾਸ ਜੀ, ਜਿਹੜੇ ਦਲੀਲਾਂ ਦੇਣ ਦੇ ਵਿੱਚ ਬੜੇ ਮਾਹਰ ਨੇ, ਸੋਚਿਆ ਉਹਨਾਂ ਨੂੰ ਬੁਲਾਇਆ ਜਾਵੇ। ਕੋਲ ਬੁਲਾਇਆ ਗੁਰੂ ਅਰਜਨ ਦੇਵ ਮਹਾਰਾਜ ਨੇ, ਉਹਨਾਂ ਨੂੰ ਸੰਬੋਧਨ ਹੋ ਕੇ ਆਖਣ ਲੱਗੇ, ਸਮਝਾਈ ਸਭ ਵਾਰਤਾ ਬਿਠਾਏ ਸੋ ਪਾਸ। ਆਪਣੇ ਕੋਲ ਬਿਠਾ ਕੇ ਕਹਿਣ ਲੱਗੇ ਵੀ ਆਹ ਸਾਡੇ ਘਰ ਦਾ ਮਸਲਾ ਹੈ, ਗੱਲ ਠੀਕ ਨਹੀਂ, ਤੁਸੀਂ ਸਿਆਣੇ ਹੋ, ਸਮਝਾਉਣ ਦਾ ਤੁਹਾਡੇ ਵਿੱਚ ਮਾਦਾ ਹੈ, ਜਾ ਕੇ ਸਮਝਾਉਣਾ ਕਰੋ। ਭਰਾਤਾ ਪ੍ਰਿਥਿਆ ਹੇਰੀ ਤੁਮ ਚਲ ਤੁਮ ਜਾਵੋ। ਕਹਿਣ ਲੱਗੇ ਮੇਰੇ ਵੱਡੇ ਭਰਾ ਰੁੱਸ ਕੇ ਚਲੇ ਗਏ ਨੇ, ਹੇਰਾਂ ਪਿੰਡ ਵਿੱਚ ਟੇਕੇ ਹੋਏ ਨੇ ਤੇ ਤੁਸੀਂ ਉੱਥੇ ਚਲੇ ਜਾਓ। ਬਚਨ ਕਹੋ ਸਨਮਾਨ ਸੋ ਨਗਰੀ ਨਿਜ ਲਿਆਵੋ। ਔਰ ਜਾ ਕੇ ਬੜੇ ਪਿਆਰ ਦੇ ਨਾਲ ਨਿਮਰਤਾ ਦੇ ਵਿੱਚ ਭਿੱਜ ਕੇ ਸਨਮਾਨ ਨਾਲ ਉਹਨਾਂ ਨੂੰ ਬਚਨ ਕਹੋ। ਆਨ ਆਏ ਉਪਾਇਨ ਅਦਕ ਬਿਦ ਧਨ ਵਸਤ ਮਹਾਨ। ਕਹਿਣ ਲੱਗੇ ਦੇਖੋ ਇਸ ਘਰ ਵਿੱਚ ਕੋਈ ਕਮੀ ਨਹੀਂ, ਅਨੇਕਾਂ ਕੀਮਤੀ ਭੇਟਾਵਾਂ ਧਨ ਸੰਗਤਾਂ ਭੇਟਾ ਕਰ ਰਹੀਆਂ ਹਨ। ਸੋ ਸਭ ਤੁਝ ਕੋ ਅਰਪ ਹੈ ਵਰਤ ਹੋ ਹਮ ਸਨ। ਬਾਬੇ ਪਿਰਥੀਏ ਨੂੰ ਜਾ ਕੇ ਕਹਿਣਾ ਤੈਨੂੰ ਮਾਇਆ ਦੀ ਭੁੱਖ ਹੈ ਨਾ, ਤੂੰ ਆ ਜਾ, ਵਾਪਸ ਆ ਜਾ। ਇਹ ਸਾਰਾ ਧਨ ਪਦਾਰਥ ਦੌਲਤ ਜਿੰਨੀ ਵੀ ਤੂੰ ਆਪਣੇ ਅਧਿਕਾਰ ਹੇਠ ਲੈ ਲੈ। ਤਜੋ ਵਿਰੋਧ ਸੋ ਕ੍ਰੋਧ ਕੋ ਬੜ ਕਲ ਹੈ ਮੂਲੰ। ਪਰ ਆ ਜਿਹੜੀ ਕਲ ਦੀ ਜੜ ਹੈ ਨਾ, ਕਲੇਸ਼ ਦੀ ਜੜ ਹੈ, ਕ੍ਰੋਧ ਤੇ ਈਰਖਾ, ਇਹਨੂੰ ਮਨ ਦੇ ਵਿੱਚੋਂ ਕੱਢ ਦੇ।
ਇਹ ਕ੍ਰੋਧ, ਇਹ ਵਾਸ਼ਨਾ ਆਪਣੇ ਅੰਦਰੋਂ ਤ੍ਰਿਸ਼ਨਾ ਨੂੰ ਦੂਰ ਕਰਕੇ ਜੋ ਤੈਨੂੰ ਚਾਹੀਦਾ ਤੂੰ ਲੈ ਸਕਦਾ ਹੈ। ਹਮ ਨਹਿ ਰਾਖੈ ਭੇਦ ਕੋ ਨਿਤ ਤਵ ਅਨਕੂਲੰ। ਅਸੀਂ ਸਦਾ ਗੁਰੂ ਮਹਾਰਾਜ ਕਹਿਣਗੇ ਅਸੀਂ ਉਹਦੇ ਵੀ ਅਨਸਾਰੀ ਹੋ ਜਾਵਾਂਗੇ। ਉਹ ਕਿਸੇ ਤਰ੍ਹਾਂ ਮਨਾ ਕੇ ਉਹਨੂੰ ਘਰ ਵਿੱਚ ਲੈ ਆਓ, ਉਹਨੂੰ ਕਹਿ ਤੂੰ ਸਾਰਾ ਆ ਕੇ ਪ੍ਰਬੰਧ ਸਾਂਭ ਲੈ। ਤੂੰ ਪਹਿਲਾਂ ਵੀ ਇਹੀ ਕੁਝ ਕਰਦਾ ਰਿਹਾ, ਟਕਿਆਂ ਨੂੰ ਗਿਣ ਗਿਣ ਕੇ ਮਾਇਆ ਦੀ ਕਾਲਖ ਤੇਰੇ ਹਿਰਦੇ ਤੱਕ ਪਹੁੰਚ ਗਈ। ਤੂੰ ਦੁਬਾਰਾ ਆ ਕੇ ਪ੍ਰਬੰਧ ਸਾਂਭ ਲੈ, ਪਰ ਘਰ ਦੇ ਵਿੱਚ ਕਲੇਸ਼ ਪੈਦਾ ਨਾ ਕਰ। ਤੂੰ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਹੈ, ਦਿੱਲੀ ਦਰਬਾਰ ਵਿੱਚ ਜਾ ਕੇ ਨੱਕ ਨਾ ਰਗੜੀ। ਤੂੰ ਗੁਰੂ ਘਰ ਦੀ ਮਹਿਮਾ ਨੂੰ ਨੀਵਾ ਨਾ ਬਿਆਨ ਕਰੀ। ਸੋ ਇਸ ਕਰਕੇ ਵਾਪਸ ਆ ਜਾ, ਅਸੀਂ ਤੇਰੇ ਅਨਸਾਰੀ ਹੋ ਕੇ ਸੇਵਾ ਕਰ ਲਾਂਗੇ। ਪਹਿਲਾਂ ਵੀ ਸੇਵਾ ਕਰਦੇ ਸਾਂ, ਅਸੀਂ ਤਾਂ ਹੁਣ ਵੀ ਗੁਰੂ ਨਾਨਕ ਦੇ ਸੇਵਾਦਾਰ ਹੀ ਹਾਂ। ਇਹ ਤਾਂ ਗੁਰੂ ਰਾਮਦਾਸ ਦੀ ਵਡਿਆਈ ਆਪਣੀ ਥਾਂ ਤੇ ਸਾਨੂੰ ਬਿਠਾ ਗਏ। ਐਸੀ ਨਿਮਰਤਾ ਦੀ ਮੂਰਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਆਪ ਸ਼੍ਰੇਸ਼ਟ ਕੀਰਤੀ ਸਰਵਣ ਕਰਦੇ ਹੋ, ਹਜੂਰ ਕਿਰਪਾ ਕਰਨ ਇਹ ਗੁਰਮਤ ਦਾ ਉੱਚਾ ਸੁੱਚਾ ਜੀਵਨ ਸਾਡੇ ਹਿਰਦਿਆਂ ਵਿੱਚ ਵਸ ਜਾਏ। ਸਾਡਾ ਵੀ ਅਸਲਾ ਉਨਾ ਉੱਚਾ ਹੋ ਜਾਵੇ ਜਿੰਨੇ ਸਾਡੇ ਪਿਤਾ ਪੁਰਖੀ ਪੁਰਾਤਨ ਹੋ ਚੁੱਕੇ ਨੇ, ਜਿਨ੍ਹਾਂ ਨੇ ਸਭ ਕੁਝ ਜਾਣਦੇ ਕਿ ਵੀ ਸਿੱਖੀ ਨਹੀਂ ਤਿਆਗੀ। ਜੰਗਲਾਂ ਵਿੱਚ ਰਹਿ ਲਿਆ, ਫਾਕੇ ਕੱਟ ਲਏ, ਭੁੱਖਾਂ ਕੱਟ ਲਈਆਂ, ਠੰਡ ਵਿੱਚ ਠਰਦੇ ਰਹੇ, ਤਪਸ਼ਾਂ ਦੇ ਵਿੱਚ ਤਪਦੇ ਰਹੇ, ਪਰ ਇਸ ਉੱਚੀ ਦਾਤ ਨੂੰ ਆਪਣੇ ਅੰਦਰੋਂ ਵਿਸਰ ਨਹੀਂ ਦਿੱਤਾ। ਉਸ ਦੀ ਕੀਮਤ ਅਸੀਂ ਜਾਣ ਸਕੀਏ, ਸਾਨੂੰ ਸਮਝ ਪੈ ਸਕੇ, ਐਸੀ ਗੁਰੂ ਚਰਨਾਂ ਅੰਦਰ ਅਰਦਾਸ ਹੈ। ਸਭ ਦੀਆਂ ਦਰ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋ ਸਿੱਖੀ ਸਿਦਕ ਭਰੋਸਾ। ਨਾਮ ਦੀ ਦਾਤ ਚਰਨਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਨ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਪ ਸਰਬੱਤ ਸੰਗਤਾਂ ਦਾ ਦਾਸ ਕੋਲੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।